ਹੈਲੋ ਫਰੈਂਡਸ, ਸੋ ਪੰਜਾਬ ਸਟੱਡੀ ਕਲਾਸ ਵਿੱਚ ਤੁਹਾਡਾ ਸਵਾਗਤ ਹੈ। ਆਈ ਹੋਪ ਤੁਸੀਂ ਸਾਰੇ ਜਣੇ ਬਹੁਤ ਵਧੀਆ ਹੋਵੋਗੇ। ਤੁਹਾਡੀ ਤਿਆਰੀ ਵੀ ਕੀ ਹੈ ਬਹੁਤ ਵਧੀਆ ਤਰੀਕੇ ਨਾਲ ਚੱਲ ਰਹੀ। ਦੇਖੋ, ਇਸ ਤੋਂ ਪਹਿਲਾਂ ਕਲਾਸ ਦੇ ਵਿੱਚ ਅਸੀਂ ਕੀ ਹੈ ਸੁਪਰੀਮ ਕੋਰਟ ਦੇ ਬਾਰੇ ਪੜ੍ਹ ਲਿਆ ਸੀ, ਠੀਕ ਹੈ ਜੀ। ਤੇ ਅੱਜ ਅਸੀਂ ਗੱਲ ਕਰਾਂਗੇ ਹਾਈ ਕੋਰਟ ਦੇ ਬਾਰੇ, ਠੀਕ ਹੈ ਜੀ। ਤੇ ਇੱਕ ਕਲਾਸ ਹੋਰ ਆਊਗੀ, ਉਹਦੇ ਵਿੱਚ ਹੋਰ ਜਿਹੜੀਆਂ ਡਿਸਟ੍ਰਿਕਟ ਕੋਰਟਸ ਵਗੈਰਾ ਹੁੰਦੀਆਂ ਉਹਦੇ ਬਾਰੇ ਡਿਸਕਸ ਕਰਾਂਗੇ, ਠੀਕ ਹੈ ਜੀ। ਤੇ ਇਹਦੇ ਨਾਲ ਕੀ ਆਪਣਾ ਸਿਲੇਬਸ ਜਿਹੜਾ ਆਲਮੋਸਟ ਕੀ ਹੈ ਖਤਮ ਹੋ ਜਾਏਗਾ। ਤੇ ਉਸ ਤੋਂ ਬਾਅਦ ਜਿਹੜੀਆਂ 2-3 ਕਲਾਸਾਂ ਜਿਹੜੀਆਂ ਇੰਪੋਰਟੈਂਟ ਉਹ ਰਿਵੀਜ਼ਨ ਪਰਪਸ ਤੋਂ ਹੋਣਗੀਆਂ, ਠੀਕ ਹੈ ਜੀ, ਜਿਹਦੇ ਵਿੱਚ ਆਪਾਂ ਆਪਣੇ ਸਾਰੇ ਸ਼ਡਿਊਲ ਡਿਸਕਸ ਕਰ ਲਾਂਗੇ, ਠੀਕ ਹੈ ਜੀ। ਜਿਹੜੀਆਂ 12 ਸੂਚੀਆਂ ਸੰਵਿਧਾਨ ਦੀਆਂ, ਕਿਉਂਕਿ ਉਹ ਬਹੁਤ ਕੁਐਸਚਨ ਆਉਂਦੇ ਉੱਥੋਂ, ਠੀਕ ਹੈ ਜੀ, ਉਹ ਡਿਸਕਸ ਕਰਾਂਗੇ। ਫਿਰ ਆਪਾਂ ਬੋਰਿੰਗ ਫੀਚਰ ਵਿਭਾਗ ਕਿਹੜੀ ਚੀਜ਼ ਭਾਰਤੀ ਸੰਵਿਧਾਨ ਦੇ ਵਿੱਚ ਕਿਹੜੇ ਸੰਵਿਧਾਨ ਤੋਂ ਲਈ, ਜਿਵੇਂ ਮੌਲਿਕ ਅਧਿਕਾਰ ਆਪਾਂ ਕੀ ਹੈ ਅਮਰੀਕਾ ਤੋਂ ਲਏ, ਇਸੇ ਤਰ੍ਹਾਂ ਉਹ ਸਾਰੀਆਂ ਚੀਜ਼ਾਂ ਨੂੰ ਡਿਸਕਸ ਕਰਾਂਗੇ। ਤੇ ਇੱਕ ਮੈਂ ਕਲਾਸ ਲੈ ਕੇ ਆਉਂਗਾ ਜਿਹਦੇ ਵਿੱਚ ਆਪਾਂ ਸਾਰੇ ਆਰਟੀਕਲ ਇੱਕੋ ਕਲਾਸ ਦੇ ਵਿੱਚ ਰਿਵਾਈਜ਼ ਕਰ ਲਾਂਗੇ। ਤੇ ਇੱਕ PDF ਤੁਹਾਡੇ ਕੋਲ ਹੋਊਗਾ, ਤੇ ਉਹ ਮਤਲਬ ਪੇਪਰ ਤੋਂ ਪਹਿਲਾਂ ਤੁਸੀਂ ਕੀ ਹੈ ਜਸਟ ਉਹੀ PDF ਨੂੰ ਰਿਵਾਈਜ਼ ਕਰ ਲਿਓ, ਠੀਕ ਹੈ ਜੀ। ਕਿਉਂਕਿ ਆਪਾਂ ਸਾਰੀਆਂ ਚੀਜ਼ਾਂ ਕਵਰ ਕਰ ਲਈਆਂ। ਤੇ ਇਸ ਤੋਂ ਬਾਅਦ ਫਿਰ ਆਪਾਂ ਕੰਪਿਊਟਰ ਸ਼ੁਰੂ ਕਰ ਲਾਂਗੇ। ਤੁਹਾਡੀ ਜਿਹੜੀ ਪੋਲਿਟੀ ਕੀ ਹੈ A to Z ਕੰਪਲੀਟ ਹੋ ਗਈ। ਤੇ ਇਸ ਤੋਂ ਬਾਅਦ ਕੀ ਹੈ ਬਿਲਕੁਲ ਵੀ ਕੁਐਸਚਨ ਨਹੀਂ ਆਊਗਾ, ਠੀਕ ਹੈ। ਜੇ ਮੈਨੂੰ ਕੁਝ ਲੱਗਾ ਵੀ ਹੋਰ ਕੁਝ ਫੈਕਟ ਰਹਿ ਗਿਆ ਜਾਂ ਕੁਝ ਚੀਜ਼ਾਂ ਰਹਿੰਦੀਆਂ ਆ ਜਾਂ ਕੁਝ ਹੋਰ ਇੰਪੋਰਟੈਂਟ ਪੋਲਿਟੀ ਦੇ ਸੰਬੰਧਿਤ ਡਾਟਾ ਹੋਇਆ ਤਾਂ ਉਹ ਆਪਾਂ ਕੋਈ ਗੱਲ ਨਹੀਂ ਵਿੱਚੋਂ ਜੇ ਆਪਾਂ ਇੱਕ ਅੱਧੀ ਕਲਾਸ ਹੋਰ ਵੀ ਲੈ ਲਾਂਗੇ, ਪਰ ਆਪਾਂ ਛੱਡਾਂਗੇ ਕੁਝ ਨਹੀਂ, ਠੀਕ ਹੈ ਜੀ। ਸੋ ਸਭ ਤੋਂ ਪਹਿਲਾਂ ਕਲਾਸ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਸ਼ੇਅਰ ਕਰ ਦਿਓ, ਠੀਕ ਹੈ ਜੀ, ਵੱਧ ਤੋਂ ਵੱਧ ਬੱਚਿਆਂ ਦੇ ਨਾਲ। ਤੇ ਜਿਹੜੇ ਬੱਚੇ ਨਵੇਂ ਆ ਉਹ ਚੈਨਲ ਨੂੰ ਕਰ ਲਓ ਸਬਸਕ੍ਰਾਈਬ, ਠੀਕ ਹੈ ਜੀ, ਕਿਉਂਕਿ ਦੇਖੋ ਇਕਲੌਤਾ ਚੈਨਲ ਹੈ, ਠੀਕ ਹੈ ਜੀ, ਜਿੱਥੇ ਆਪਾਂ ਥਿਊਰੀ ਕਵਰ ਕੀਤੀ ਹੈ, ਠੀਕ ਹੈ ਜੀ। ਤੇ ਹਰ ਇੱਕ ਚੀਜ਼ ਨੂੰ ਬਿਲਕੁਲ ਬੇਸਿਕ ਤੋਂ ਮੈਂ ਕਵਰ ਕਰਵਾ ਰਿਹਾ ਹਾਂ, ਠੀਕ ਹੈ। ਚਾਹੇ ਉਹ ਤੁਹਾਡਾ ਮੈਥ ਹੋਵੇ, ਰੀਜ਼ਨਿੰਗ ਹੋਵੇ, ਜਿਹੜੇ ਬੱਚਿਆਂ ਨੂੰ ਦਿੱਕਤ ਹੈ ਨਾ, ਦੇਖੋ ਮੈਂ ਇੱਕ ਚੀਜ਼ ਕਹਿਣਾ ਕਿ ਦੇਖੋ ਇੱਕ ਵਾਰੀ ਚੰਗੀ ਤਰ੍ਹਾਂ ਤਿਆਰੀ ਕਰ ਲਓ, ਬੇਸਿਕ ਸਟਰੋਂਗ ਕਰਕੇ ਤਿਆਰੀ ਕਰ ਲਓ ਤੇ ਸਫਲ ਹੋ ਜਾਓਗੇ। ਅਦਰਵਾਈਜ਼ ਜੇ ਇਧਰ ਉਧਰ ਦੇ ਧਿਆਨ ਰਿਹਾ, ਕਦੀ ਉੱਥੋਂ ਪੜ੍ਹ ਲਿਆ ਕਦੀ ਉੱਥੋਂ ਪੜ੍ਹ ਲਿਆ, ਠੀਕ ਹੈ ਜੀ, ਤੇ ਬੇਸਿਕ ਕਵਰ ਨਾ ਕੀਤੇ, ਠੀਕ ਹੈ ਜੀ, ਤੇ ਸਿੱਧੇ MCQ ਵਾਲੀਆਂ ਕਲਾਸਾਂ ਲਾਉਂਦੇ ਰਹੇ ਤੇ ਉਹ ਤੁਹਾਨੂੰ 1% ਵੀ ਫਾਇਦਾ ਨਹੀਂ ਹੋਣਾ। ਤੇ ਲਾਸਟ ਤੇ ਫਰਸਟ੍ਰੇਟ ਹੋ ਕੇ ਕਹੋਗੇ ਕਿ ਅਸੀਂ ਤਿਆਰੀ ਨਹੀਂ ਕਰਨੀ। ਤਾਂ ਮੈਂ ਸਹੀ ਤਰੀਕਾ ਦੱਸਦਾ ਕਿ ਤਿਆਰੀ ਕੀ ਹੈ, ਪਹਿਲਾਂ ਆਪਣਾ ਬੇਸਿਕ ਸਟਰੋਂਗ ਕਰੋ, ਠੀਕ ਹੈ। ਦੇਖੋ ਕੰਪੀਟੀਸ਼ਨ ਹੈਗਾ ਆ, ਤਾਂ ਜੇ ਗਵਰਨਮੈਂਟ ਜੌਬ ਹੈ ਤਾਂ ਦੇਖੋ ਵੀ ਉਹ ਉਹਨਾਂ ਬੱਚਿਆਂ ਨੂੰ ਹੀ ਮਿਲੂਗੀ ਜਿਨ੍ਹਾਂ ਨੇ ਪ੍ਰੋਪਰਲੀ ਬੇਸਿਕ ਕੰਪਲੀਟ ਕੀਤਾ ਹੋਇਆ। ਤੇ ਉਸ ਤੋਂ ਬਾਅਦ ਕੀ ਹੈ ਚੀਜ਼ਾਂ ਨੂੰ ਲੈਵਲ ਤਾਂ ਵਧਾਇਆ ਆਪਣਾ ਪ੍ਰੈਕਟਿਸ ਕਰ ਕਰਕੇ, ਠੀਕ ਹੈ ਜੀ। ਸੋ ਕਲਾਸ ਨੂੰ ਆਪਾਂ ਸ਼ੁਰੂ ਕਰਦੇ ਹਾਂ। ਦੇਖੋ ਜੀ ਹਾਈ ਕੋਰਟ ਦੇ ਬਾਰੇ ਡਿਸਕਸ ਕਰਾਂਗੇ ਅੱਜ ਆਪਾਂ, ਠੀਕ ਹੈ। ਜਿਹੜਾ ਢਾਂਚਾ ਤੁਹਾਨੂੰ ਮੈਂ ਸਭ ਤੋਂ ਪਹਿਲਾਂ ਸਮਝਾਇਆ ਸੀ ਕਿ ਸਭ ਤੋਂ ਉੱਪਰ ਸਾਡੇ ਕੀ ਹੈ ਸੁਪਰੀਮ ਕੋਰਟ ਹੈ, ਠੀਕ ਹੈ ਜੀ। ਸੁਪਰੀਮ ਕੋਰਟ ਤੋਂ ਬਾਅਦ ਕੀ ਹੈ ਸਾਡਾ ਜੀ ਹਾਈ ਕੋਰਟ, ਸਮਝ ਲੱਗ ਗਈ ਜੀ, ਹਾਈ ਕੋਰਟ, ਠੀਕ ਹੈ। ਤੇ ਉਸ ਤੋਂ ਬਾਅਦ ਕੀ ਹੈ ਜ਼ਿਲ੍ਹਿਆਂ ਦੇ ਵਿੱਚ ਕੀ ਹੈ ਆਪਣੇ ਡਿਸਟ੍ਰਿਕਟ ਕੋਰਟ ਆ ਜਾਂਦੀਆਂ, ਠੀਕ ਹੈ ਜੀ, ਜਾਂ ਜ਼ਿਲ੍ਹਾ ਅਦਾਲਤਾਂ ਨੂੰ ਕਹਿ ਸਕਦੇ, ਠੀਕ ਹੈ ਜੀ। ਇਹ ਢਾਂਚਾ ਹੈ ਆਪਣਾ ਪੂਰੇ ਭਾਰਤ ਦੇ ਲੈਵਲ ਤੇ ਕੀ ਹੈ ਸੁਪਰੀਮ ਕੋਰਟ ਹੈ ਨਾ। ਹਾਈ ਕੋਰਟ ਕੀ ਹੈ, ਠੀਕ ਹੈ, ਵੱਖ-ਵੱਖ ਰਾਜਾਂ ਦੇ ਵਿੱਚ ਆਪਣੀਆਂ ਹਾਈ ਕੋਰਟ ਹੈ, ਠੀਕ ਹੈ। ਤੇ ਕੁਝ ਰਾਜ ਅਜਿਹੇ ਹੈ ਵੀ ਜਿਨ੍ਹਾਂ ਦੀਆਂ 2 ਰਾਜਾਂ ਦੀਆਂ ਇਕੱਠੀ ਇੱਕ ਹਾਈ ਕੋਰਟ ਹੈਗੀ, ਜਿਵੇਂ ਪੰਜਾਬ ਐਂਡ ਹਰਿਆਣਾ ਹਾਈ ਕੋਰਟ, ਉਹ ਪੰਜਾਬ ਤੇ ਹਰਿਆਣਾ ਦੀ ਇਕੱਠੀ ਇੱਕੋ ਹੀ ਹਾਈ ਕੋਰਟ ਹੈ, ਠੀਕ ਹੈ ਜੀ। ਉਸ ਤੋਂ ਬਾਅਦ ਡਿਸਟ੍ਰਿਕਟ ਕੋਰਟ ਆਪਾਂ ਨੂੰ ਪਤਾ ਹੀ ਹੈ ਕਿ ਜ਼ਿਲ੍ਹਿਆਂ ਦੇ ਵਿੱਚ ਵੀ ਸੈਸ਼ਨ ਕੋਰਟ ਹੁੰਦਾ ਆ ਇੱਦਾਂ, ਠੀਕ ਹੈ। ਇਹ ਸਾਰੀਆਂ ਚੀਜ਼ਾਂ ਨੂੰ ਵੀ ਅਸੀਂ ਡਿਸਕਸ ਕਰਾਂਗੇ ਕਿਉਂਕਿ ਇੰਪੋਰਟੈਂਟ ਹੈ ਤੇ ਇਹ ਢਾਂਚਾ ਤੁਹਾਨੂੰ ਪਤਾ ਹੋਣਾ ਚਾਹੀਦਾ ਤੇ ਕੁਐਸਚਨ ਕੀ ਹੈ ਇੱਥੋਂ ਹੀ ਬਣਦੇ ਆ, ਠੀਕ ਹੈ ਜੀ। ਤੇ ਮੈਂ ਤੁਹਾਨੂੰ ਦੱਸਿਆ ਹੋਇਆ ਸੀ ਕਿ ਭਾਰਤ ਦੇ ਵਿੱਚ ਕੀ ਹੈ ਇੰਟੀਗ੍ਰੇਟਿਡ ਜੁਡੀਸ਼ੀਅਲ ਸਿਸਟਮ ਹੈ, ਜਿਹੜਾ ਮੈਂ ਤੁਹਾਨੂੰ ਪਹਿਲੀ ਕਲਾਸ ਦੇ ਵਿੱਚ ਸਮਝਾਇਆ ਸੀਗਾ ਕਿ ਇੰਟੀਗ੍ਰੇਟਿਡ ਕੀ ਹੈ। ਦੇਖੋ ਸੁਪਰੀਮ ਕੋਰਟ ਆ, ਫਿਰ ਹਾਈ ਕੋਰਟ ਆ, ਤੇ ਫਿਰ ਜ਼ਿਲ੍ਹਾ ਅਦਾਲਤਾਂ, ਠੀਕ ਹੈ। ਤੇ ਜਿਹੜੀ ਕਾਨੂੰਨ ਹੈ ਚਾਹੇ ਉਹ ਸੈਂਟਰ ਗਵਰਨਮੈਂਟ ਦਾ ਹੈ ਚਾਹੇ ਉਹ ਸਟੇਟ ਗਵਰਨਮੈਂਟ ਦਾ, ਠੀਕ ਹੈ, ਉਹ ਸੁਪਰੀਮ ਕੋਰਟ ਵੀ ਲਾਗੂ ਕਰ ਸਕਦਾ ਤੇ ਹਾਈ ਕੋਰਟ ਵੀ ਕੀ ਹੈ ਜਿਹੜਾ ਮਰਜ਼ੀ ਜੋ ਭਾਰਤ ਦੇ ਵਿੱਚ ਕਾਨੂੰਨ ਹੈ ਉਹਦੇ ਅਕੋਰਡਿੰਗ ਕੀ ਹੈ ਆਪਣੇ ਫੈਸਲੇ ਸੁਣਾ ਸਕਦੇ, ਠੀਕ ਹੈ ਜੀ। ਮੇਰਾ ਫਰਕ ਜਿਹੜਾ ਤੁਹਾਨੂੰ ਦੱਸਿਆ ਸੀਗਾ ਇਦਾਂ ਨਹੀਂ ਹੈਗਾ ਕਿ ਜਿਹੜਾ ਕੋਈ ਸੁਪਰੀਮ ਕੋਰਟ ਆ ਉਹ ਸਿਰਫ ਸੈਂਟਰ ਗਵਰਨਮੈਂਟ ਦੇ ਕਾਨੂੰਨ ਲਾਗੂ ਕਰੂਗੀ, ਜਾਂ ਹਾਈ ਕੋਰਟ ਆ ਉਹ ਸਿਰਫ ਕੀ ਹੈ ਉਸ ਰਾਜ ਦੇ ਹੀ ਮਤਲਬ ਰਾਜ ਦੇ ਦੁਆਰਾ ਬਣਾਏ ਕਾਨੂੰਨ ਹੀ ਲਾਗੂ ਕਰੇਗੀ। ਨਹੀਂ, ਇੰਟੀਗ੍ਰੇਟਿਡ ਹੈ ਵੀ ਜੋ ਲਾਅ ਬਣਿਆ ਹੋਇਆ, ਠੀਕ ਹੈ, ਚਾਹੇ ਉਹ ਸੈਂਟਰ ਗਵਰਨਮੈਂਟ ਦਾ ਚਾਹੇ ਉਹ ਕੀ ਹੈ ਸਟੇਟ ਗਵਰਨਮੈਂਟ ਦਾ, ਸਾਡੇ ਕੀ ਇੰਟੀਗ੍ਰੇਟਿਡ ਹੈ। ਜੇਕਰ ਮਤਲਬ ਹਾਈ ਕੋਰਟ ਨੇ ਉਸ ਚੀਜ਼ ਪ੍ਰਤੀ ਫੈਸਲਾ ਜੇਕਰ ਗਲਤ ਸੁਣਾਇਆ ਜਾਂ ਗਲਤ ਇਨ ਦਾ ਸੈਂਸ ਕਿ ਜੇਕਰ ਉਹਦੇ 'ਚ ਕੁਝ ਹੋਰ ਹਜੇ ਇੰਟਰਪ੍ਰੀਟੇਸ਼ਨ ਦੀ ਲੋੜ ਹੈ ਕਿ ਉਹੀ ਜਿਹੜਾ ਕੀ ਹੈ ਕੇਸ ਫਿਰ ਸੁਪਰੀਮ ਕੋਰਟ ਨੂੰ ਦਿੱਤਾ ਜਾਏਗਾ। ਸੋ ਇੱਕ ਇੰਟੀਗ੍ਰੇਟਿਡ ਸਿਸਟਮ ਚੱਲਦਾ ਹੈ, ਠੀਕ ਹੈ ਜੀ। ਸੋ ਬਾਕੀ ਤੁਹਾਨੂੰ ਪਤਾ ਹੀ ਹੈ ਕਿ ਦੇਖੋ ਕਿ ਆਪਣਾ ਜਿਹੜੀਆਂ ਕੀ ਸਭ ਤੋਂ ਉੱਪਰ ਕੀ ਹੈ ਆਪਣੀਆਂ ਸੁਪਰੀਮ ਕੋਰਟ ਆ ਗਈ ਤੇ ਫਿਰ ਕੀ ਹੈ ਆਪਣੇ ਜਿਹੜੀਆਂ ਹਾਈ ਕੋਰਟ ਆ ਜਾਂਦੀਆਂ। ਤੇ ਜੇਕਰ ਸਟੇਟ ਦੀ ਮੈਂ ਗੱਲ ਕਰਾਂ, ਠੀਕ ਹੈ, ਜਿਵੇਂ ਇੱਕ ਰਾਜ ਦੀ ਗੱਲ ਕਰਾਂ ਚਾਹੇ ਉਹ ਪੰਜਾਬ ਹੈ ਹਰਿਆਣਾ, ਤੇ ਸਭ ਤੋਂ ਉੱਪਰ ਕੀ ਹੈ ਜਿਹੜਾ ਨਿਆਂਪਾਲਿਕਾ ਦੇ ਵਿੱਚ ਕੀ ਹੈ ਹਾਈ ਕੋਰਟ ਆਵੇਗੀ। ਹਾਈ ਕੋਰਟ ਨੂੰ ਅਸੀਂ ਉੱਚ ਅਦਾਲਤ ਵੀ ਕਹਿੰਦੇ ਹਾਂ। ਤੇ ਉਸ ਤੋਂ ਬਾਅਦ ਕੀ ਹੈ ਸਾਡੀਆਂ ਅਧੀਨ ਅਦਾਲਤਾਂ ਹੁੰਦੀਆਂ, ਠੀਕ ਹੈ ਜੀ। ਸੋ ਜੇਕਰ ਮੈਂ ਗੱਲ ਕਰਾਂ ਜੇ ਆਪਣਾ ਜੁਡੀਸ਼ੀਅਲ ਐਡਮਿਨਿਸਟ੍ਰੇਸ਼ਨ ਦੀ ਗੱਲ ਕਰਾਂ ਤਾਂ ਜਿਹੜੀ ਹਾਈ ਕੋਰਟ ਆ,
ठीक है। तो एक राज ਦੇ ਵਿੱਚ ਸਭ ਤੋਂ ਉੱਪਰਲਾ ਦਰਜਾ ਠੀਕ ਹੈ ਹਾਈ ਕੋਰਟ ਦਾ ਹੀ ਮੰਨਿਆ ਜਾਂਦਾ ਹੈ। ਠੀਕ ਹੈ ਜੀ। ਜੇਕਰ ਕੋਈ ਰਾਜ ਹੈ, ਮੰਨ ਲਓ ਕਿ ਪੰਜਾਬ ਹੈ, ਪੰਜਾਬ ਦੇ ਵਿੱਚ ਕਿਹੜੀ ਕੋਰਟ ਦਾ ਸਭ ਤੋਂ ਉੱਚਾ ਦਰਜਾ ਹੋਵੇਗਾ? ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦਾ। ਠੀਕ ਹੈ ਜੀ। ਸੋ ਇਸ ਤਰੀਕੇ ਦੇ ਨਾਲ ਚੀਜ਼ਾਂ ਨੂੰ ਤੁਸੀਂ ਅੰਡਰਸਟੈਂਡ ਕਰੋ, ਚੀਜ਼ਾਂ ਨੂੰ ਨਾ ਲਿੰਕ ਕਰਕੇ ਪੜ੍ਹ ਲਿਆ ਕਰੋ ਵੀ ਅੱਛਾ ਵੀ ਜੇ ਪੂਰੇ ਭਾਰਤ ਦੀ ਗੱਲ ਕਰੀਏ ਤਾਂ ਸੁਪਰੀਮ ਕੋਰਟ ਹੁੰਦੀ ਹੈ ਹੈ ਨਾ। ਜੇਕਰ ਸਾਡੇ ਰਾਜ ਦੀ ਗੱਲ ਕਰੀਏ ਤਾਂ ਸਭ ਤੋਂ ਉੱਪਰ ਕੀ ਹੈ? ਸਭ ਤੋਂ ਜਿਹੜੀ ਹਾਈ ਕੋਰਟ ਆ, ਠੀਕ ਹੈ ਜੀ, ਉੱਚ ਅਦਾਲਤ। ਠੀਕ ਹੈ। ਤੇ ਜੇਕਰ ਇਹਦੀ ਮੈਂ ਹਿਸਟਰੀ ਦੇ ਵਿੱਚ ਜਾਵਾਂ, ਠੀਕ ਹੈ ਜੀ, ਮਤਲਬ ਸ਼ੁਰੂ ਕਦੋਂ ਹੋਈਆਂ ਸੀ ਹਾਈ ਕੋਰਟ ਬਣਨੀਆਂ? ਠੀਕ ਹੈ। ਤੇ ਜੇ ਗੱਲ ਕਰੀਏ ਤਾਂ ਆਪਣਾ ਇਹ ਅੰਗਰੇਜ਼ਾਂ ਦੇ ਸਮੇਂ ਦੀਆਂ, ਠੀਕ ਹੈ ਜੀ, ਹਾਈ ਕੋਰਟ ਜਿਹੜਾ ਬਣਨ ਦਾ ਜਿਹੜਾ ਕੀ ਆ ਪ੍ਰੋਸੀਜਰ ਸ਼ੁਰੂ ਹੋਇਆ, ਪ੍ਰਕਿਰਿਆਵਾਂ ਸ਼ੁਰੂ ਹੋਈ। ਠੀਕ ਹੈ ਜੀ। ਤਾਂ 1862 ਈਸਵੀ ਦੇ ਵਿੱਚ ਕੀ ਸਭ ਤੋਂ ਪਹਿਲਾਂ ਕਲਕੱਤਾ, ਠੀਕ ਹੈ ਜੀ, ਬੰਬੇ ਤੇ ਮਦਰਾਸ ਦੇ ਵਿੱਚ ਕੀ ਆ ਜਿਹੜੀਆਂ ਇਹ ਅਦਾਲਤਾਂ ਦੀ ਹਾਈ ਕੋਰਟ ਜਿਹੜੀਆਂ ਅਦਾਲਤਾਂ ਦੀ ਕੀ ਹੈ ਸਥਾਪਨਾ ਹੋਈ ਸੀ। ਠੀਕ ਹੈ ਜੀ। ਕਿਉਂਕਿ ਇਹ ਜਿਹੜੇ ਮੇਨ ਉਹਨਾਂ ਦੇ ਸੈਂਟਰ ਸੀਗੇ ਆਪਣੇ, ਠੀਕ ਹੈ, ਕਲਕੱਤਾ, ਮਦਰਾਸ ਤੇ ਬੰਬਈ। ਠੀਕ ਹੈ ਜੀ। ਤਾਂ ਇਹ ਫਿਰ ਜਿਹੜੀਆਂ ਉੱਥੇ ਕੀ ਹੈ ਇਹਨਾਂ ਦੀ ਮੇਨ ਐਡਮਿਨਿਸਟ੍ਰੇਸ਼ਨ ਸੀ ਅੰਗਰੇਜ਼ਾਂ ਦੀ। ਠੀਕ ਹੈ। ਉੱਥੇ ਮੇਨ ਕੰਮ ਸੀ ਤਾਂ ਉੱਥੇ ਕੀ ਇਹਨਾਂ ਨੇ ਅਦਾਲਤਾਂ ਦੀ ਵੀ ਸਥਾਪਨਾ ਕੀਤੀ। ਉਸ ਤੋਂ ਬਾਅਦ ਇਲਾਹਾਬਾਦ ਦੇ ਵਿੱਚ ਵੀ ਕੀ ਹੈ ਚੌਥੀ ਹਾਈ ਕੋਰਟ 1866 ਦੇ ਵਿੱਚ ਬਣੀ ਗਈ। ਦੇਖੋ ਹਿਸਟਰੀ ਥੋੜੀ ਜੀ ਵੈਸੇ ਚਲ ਦੱਸੀ ਹੈ। ਦੇਖੋ ਜੇ ਇਨ ਕੇਸ ਕੋਈ ਕੁਐਸਚਨ ਬਣਦਾ ਹੈ ਤਾਂ ਤੁਸੀਂ ਆਪਣਾ ਅਟੈਂਪਟ ਕਰ ਸਕਦੇ ਹੋ, ਕਿਉਂਕਿ ਦੇਖੋ ਜੇ ਕਈ ਸਵਾਲ ਇਦਾਂ ਬਣ ਜੇ ਕਿ ਉੱਚ ਅਦਾਲਤਾਂ ਦੀ ਹਨਾ ਸਥਾਪਨਾ ਕਿਦੋਂ ਹੋਈ ਤਾਂ ਤੁਸੀਂ ਉਹਨਾਂ ਚੀਜ਼ਾਂ ਨੂੰ ਲਿੰਕ ਕਰ ਸਕਦੇ ਹੋ, ਇੱਕ ਪੂਰਾ ਸਟਰਕਚਰ ਵੇ ਦੇ ਨਾਲ ਚੀਜ਼ਾਂ ਨੂੰ ਅੰਡਰਸਟੈਂਡ ਕਰ ਸਕਦੇ ਹੋ। ਠੀਕ ਹੈ ਜੀ। ਬਾਕੀ ਦੇਖੋ ਸਮਾਂ ਬੀਤਦੇ ਨਾਲ ਕੀ ਹੈ ਜਦੋਂ ਬ੍ਰਿਟਿਸ਼ ਇੰਡੀਆ ਸੀਗਾ ਤੇ ਹਰੇਕ ਸੂਬੇ ਦੇ ਵਿੱਚ ਕੀ ਆ ਹਰੇਕ ਦੀ ਹਾਈ ਕੋਰਟ ਜਿਹੜੀ ਕੀ ਆ बननी शुरू हो गई। ठीक है जी। बाकी देखो आज़ादी तो बाद जे मैं गल करा, ठीक है जी, देखो हाई कोर्ट का हरेक जिन्ने जिमें देखो जिहड़ियां स्टेट सी आज़ादी तो पहला उस तरह की है। देखो आज़ादी तो बाद जिहड़े जिहड़े अपने राज्यां दीयां हाई कोर्ट उत्थे सीगियां तां ओह हाई कोर्टां नूं की है उन्होंने उही राज की हाई कोर्ट बना दिता गया सी। ठीक है। मतलब जिहड़े राज दे विच सी, ठीक है, जे अपना जे मैं गल करा, ठीक है जी, कलकत्ता, ठीक है, तो वैस्ट बंगाल की जिहड़ी अपनी हुण जे मैं गल करा जिवें कलकत्ता हाई कोर्ट सब तो पहलां दी ही है ना, जब बॉम्बे सीगी है ना, ਤਾਂ ਇਹ ਚੀਜ਼ ਹੋਊਗੀ ਕਿ ਮਹਾਰਾਸ਼ਟਰ ਦੀ ਕੀ ਹੈ ਮੁੰਬਈ ਬਣ ਗਈ ਹੋਗੀ ਹਾਈ ਕੋਰਟ ਹੈ ਨਾ, ਤੇ ਵੈਸਟ ਬੰਗਾਲ ਦੇ ਵਿੱਚ ਕਲਕੱਤਾ ਆ ਤਾਂ ਕਲਕੱਤਾ ਹਾਈ ਕੋਰਟ ਕੀ ਹੈ ਵੈਸਟ ਬੰਗਾਲ ਦੀ ਹਾਈ ਕੋਰਟ ਬਣ ਗਈ ਹੋਗੀ। ਠੀਕ ਹੈ ਜੀ। ਸੋ ਇਸ ਤਰੀਕੇ ਦੇ ਨਾਲ ਕੀ ਹੈ ਚੀਜ਼ਾਂ ਨੂੰ ਚਲਾਇਆ ਗਿਆ। ਹੁਣ ਜੇ ਮੈਂ ਗੱਲ ਕਰਾਂ ਕਿ ਦੇਖੋ ਭਾਰਤੀ ਸੰਵਿਧਾਨ ਆ ਉਹ ਇਹ ਕਹਿੰਦਾ ਕਿ ਹਰੇਕ ਰਾਜ ਦੀ ਕੀ ਆ ਆਪਣੀ ਹਾਈ ਕੋਰਟ ਹੋਊਗੀ। ਠੀਕ ਹੈ ਜੀ। ਇਹ ਸੰਵਿਧਾਨਿਕ ਪ੍ਰਬੰਧ ਹੈ। ਠੀਕ ਹੈ ਜੀ। ਸੰਵਿਧਾਨ ਦੇ ਵਿੱਚ ਗੱਲ ਕਹੀ ਗਈ ਆ ਕਿ ਹਰੇਕ ਆਪਣਾ ਕੀ ਆ ਹਰੇਕ ਰਾਜ ਦੀ ਆਪਣੀ ਕੀ ਹੈ ਇੱਕ ਹਾਈ ਕੋਰਟ ਹੋਵੇਗੀ। ਪਰ ਜਦੋਂ 1956 ਦਾ ਐਕਟ ਆਇਆ, ਠੀਕ ਹੈ ਜੀ, ਇਹ ਤੁਹਾਨੂੰ ਮੈਂ ਪੜਾਇਆ ਸੀਗਾ ਜਦੋਂ ਸਟੇਟ ਰੀਆਰਗੇਨਾਈਜੇਸ਼ਨ ਹੋਈ ਸੀ। ਠੀਕ ਹੈ ਜੀ। ਆਪਣਾ ਮਤਲਬ ਕੁਝ ਰਾਜਾਂ ਦੇ ਵਿੱਚ ਬਦਲਾਵ ਹੋਇਆ। ਠੀਕ ਹੈ ਜੀ। ਤਾਂ ਉਸ ਸਮੇਂ ਕੀ ਹੋਇਆ ਫਿਰ ਸੰਸਦ ਨੇ ਇਹ ਐਕਟ ਪਾਸ ਕਰ ਦਿੱਤਾ ਕਿ ਇਹ ਗੱਲ ਕਹੀ ਕਿ ਜ਼ਰੂਰੀ ਨਹੀਂ ਹੈ ਕਿ ਹਰੇਕ ਰਾਜ ਦੀ ਆਪਣੀ ਵੱਖਰੀ ਵੱਖਰੀ ਹੋਊਗੀ, ਇੱਕ ਹਾਈ ਕੋਰਟ ਦੋ ਰਾਜਾਂ ਨੂੰ ਵੀ ਕੀ ਹੈ ਮਤਲਬ ਆਪਣੀ ਸੇਵਾ ਪ੍ਰਦਾਨ ਕਰ ਸਕਦਾ ਹੈ ਕਿ मतलब दो राज्यों की एक हाई कोर्ट भी बन सकती है। ठीक है। मान लो कि हुण देखो पंजाब ते हरियाणा परफेक्ट एग्जाम्पल है। ठीक है। हुण देखो पंजाब वखरा राज है, ठीक है, हरियाणा की है वखरा राज है। ठीक है जी। तो देखो पंजाब एंड हरियाणा इक्को हाई कोर्ट है। ठीक है। तो वह की है दोवां राज्यों की इकट्ठी है। तो ये चीज़ की शुरू संविधान ने तो यह कहा सी कि हरेक राज की अपनी अपनी होगी जी, मतलब पंजाब की पंजाब हाई कोर्ट होगी तो हरियाणा की की है हरियाणा हाई कोर्ट होगी। पर की है अपनी जी पंजाब एंड हरियाणा हाई कोर्ट है ये की है दोवां राज्यों की इक्को हाई कोर्ट है। ठीक है जी। ਤੇ ਉਸ ਤੋਂ ਬਾਅਦ ਜੇ ਮੈਂ ਗੱਲ ਕਰਾਂ ਜੇ ਇਹਨਾਂ ਦੇ ਅਧਿਕਾਰ ਖੇਤਰ ਦੀ ਕਿ ਮਤਲਬ ਵੀ ਇਹਨਾਂ ਦੀ ਜਿਹੜੀ ਪਾਵਰ ਹੈ ਜਾਂ ਜੁਰੀਡਿਕਸ਼ਨ ਹੈ ਜਿਹਨੂੰ ਅਸੀਂ ਕਹਿ ਦਿੰਦੇ ਆ ਕਿ ਮਤਲਬ ਜੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਆ ਅਸੀਂ ਐਗਜ਼ਾਮਪਲ ਇਹਦੀ ਹੀ ਲਵਾਂਗੇ। ਠੀਕ ਹੈ ਜੀ। ਮੰਨ ਲਓ ਕਿ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਆ ਤਾਂ ਇਹਨਾਂ ਦਾ ਅਧਿਕਾਰ ਖੇਤਰ ਕਿੱਥੇ ਕਿੱਥੇ ਆ ਤਾਂ ਪੂਰੇ ਪੰਜਾਬ ਤੇ ਪੂਰੇ ਹਰਿਆਣਾ ਦੇ ਵਿੱਚ ਕੀ ਹੈ ਇਹ ਕਿਤੇ ਵੀ ਕੀ ਆਪਣਾ ਫੈਸਲਾ ਸੁਣਾ ਸਕਦੀ ਹੈ। ਠੀਕ ਹੈ ਜੀ। ਕਿਉਂਕਿ ਇਹ ਇੱਥੋਂ ਦੀ ਹਾਈ ਕੋਰਟ ਹੈ। ਜੇਕਰ ਮੰਨ ਲਓ ਕਿ ਕਲਕੱਤਾ ਦੀ ਹਾਈ ਕੋਰਟ ਆ ਤਾਂ ਉਹ ਵੈਸਟ ਬੰਗਾਲ ਦੇ ਵਿੱਚ ਕਿੱਥੇ ਵੀ ਹੈ ਜਾਂ ਹੋਰ ਜਿਹੜੀਆਂ ਉਹਦੇ ਅਧੀਨ यूनियन टैरेटरीज आउंदियां आ उन्हां दे विच की अपना फैसला सुना सकते। ठीक है जी। इस चीज़ नूं समझदे हो अधिकार खेतर। ठीक है जी। मान लो कि पंजाब एंड हरियाणा हाई कोर्ट आ तां पंजाब ते हरियाणा दे विच ओह की है किते भी अपना फैसला सुना सकते। ठीक है जी। ते बाकी जिहड़ियां सांझियां हुंदियां, ठीक है, सांझी जिवें पंजाब हरियाणा सांझी है। ठीक है जी। ਤੇ ਕਈ ਅਜਿਹੀਆਂ ਹਾਈ ਕੋਰਟ ਵੀ ਹੈਗੀਆਂ ਜੋ ਕਿ ਹੈ ਰਾਜ ਦੀ ਵੀ ਹਾਈ ਕੋਰਟ ਹੈ ਤੇ ਕੁਝ ਜਿਹੜੀਆਂ ਕੇਂਦਰ ਸ਼ਾਸਿਤ ਪ੍ਰਦੇਸ਼ ਵੀ ਕੀ ਆ ਉਹਨਾਂ ਦੇ ਅਧੀਨ ਆਉਂਦੇ ਆ ਤੇ ਜਿਹਦੇ ਨਾਲ ਕੀ ਹੁੰਦਾ ਆ ਕਿ ਮਤਲਬ ਉਹ ਕੀ ਆ ਜਿਹੜੀ ਹਾਈ ਕੋਰਟ ਆ ਜੇਕਰ ਉਹ ਸਾਂਝੀ ਹੈ ਤਾਂ ਉਹ ਜਿਹੜੇ ਜਿਹੜੇ ਏਰੀਏ ਦੇ ਵਿੱਚ ਮਤਲਬ ਸਾਂਝ ਹੈ ਤਾਂ ਉਸ ਖੇਤਰ ਦੇ ਪ੍ਰਤੀ ਕੀ ਆ ਆਪਣੇ ਫੈਸਲੇ
ਸੁਣਾ ਸਕਦੀ ਹੈ। ਠੀਕ ਹੈ, ਤੇ ਜੇ ਮੈਂ ਗੱਲ ਕਰਾਂ ਮੌਜੂਦਾ ਕੀ ਹੈ 25 ਹਾਈ ਕੋਰਟ ਆ ਭਾਰਤ ਦੇ ਵਿੱਚ, 25 ਹਾਈ ਕੋਰਟ ਆ, ਜਿਨ੍ਹਾਂ ਦੇ ਵਿੱਚੋਂ 6 ਹਾਈ ਕੋਰਟ ਅਜਿਹੀਆਂ ਆ ਵੀ ਜਿਹੜੀਆਂ ਕੀ ਹੈ ਮਤਲਬ ਸਾਂਝੀਆਂ ਨੇ ਇੱਕ ਤੋਂ ਵੱਧ ਰਾਜਾਂ ਦੇ। ਠੀਕ ਹੈ ਜੀ, ਨਾਲ ਉਹ ਕੀ ਹੈ ਉਸ ਚੀਜ਼ ਨੂੰ ਆਪਣਾ ਜਿਹੜਾ ਜੂਰੀਡਿਕਸ਼ਨ ਉਹਨਾਂ ਨੇ ਆਪਣਾ ਦਿੱਤਾ ਹੋਇਆ। ਠੀਕ ਹੈ ਜੀ, ਸਮਝ ਰਹੇ ਹੋ ਕਿ ਜਿਹੜੀਆਂ 6 ਹਾਈ ਕੋਰਟ ਅਜਿਹੀਆਂ ਆ ਜੋ ਕੀ ਹੈ ਇੱਕ ਤੋਂ ਵੱਧ ਰਾਜਾਂ ਦੇ ਲਈ ਹੈ। ਠੀਕ ਹੈ ਜੀ, ਜਿਵੇਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਆ, ਇਹ ਕੀ ਹੈ ਕਾਮਨ ਹਾਈ ਕੋਰਟ ਆ, ਕਿਹਦੀ ਹੈ ਪੰਜਾਬ ਤੇ ਹਰਿਆਣਾ ਦੀ। ਸੋ ਇਸੇ ਤਰ੍ਹਾਂ 6 ਹਾਈ ਕੋਰਟ ਆ, ਉਹ ਮੈਂ ਥੱਲੇ ਇੱਕ ਟੇਬਲ ਦਿੱਤਾ ਹੋਇਆ, ਉੱਥੋਂ ਤੁਸੀਂ ਕੀ ਹੈ ਸਮਝ ਸਕਦੇ ਹੋ। ਠੀਕ ਹੈ, ਤੇ ਜੇ ਸਵਾਲ ਬਣੇ ਵੀ ਕਿੰਨੀਆਂ ਹਾਈ ਕੋਰਟ ਹੈ ਇਸ ਸਮੇਂ 25 ਹਾਈ ਕੋਰਟ ਹੈ। ਠੀਕ ਹੈ ਜੀ, ਤੇ ਸਾਂਝੀਆਂ ਹਾਈ ਕੋਰਟ ਕਿੰਨੀਆਂ ਵਾ 6। ਠੀਕ ਹੈ ਜੀ, ਤੇ ਉਸ ਤੋਂ ਬਾਅਦ ਜੇ ਮੈਂ ਸੰਵਿਧਾਨਿਕ ਪ੍ਰੋਵੀਜ਼ਨ ਦੀ ਗੱਲ ਕਰਾਂ, ਕਨਸਟੀਟਿਊਸ਼ਨਲ ਆਰਟੀਕਲ ਦੀ ਗੱਲ ਕਰਾਂ ਤਾਂ ਆਰਟੀਕਲ 214 ਤੋਂ ਲੈ ਕੇ 231 ਤੱਕ, 214 ਤੋਂ ਲੈ ਕੇ ਆਪਣਾ 231 ਤੱਕ ਭਾਗ 6ਵਾਂ। ਠੀਕ ਹੈ ਜੀ, ਕਿਉਂਕਿ ਹਾਈ ਕੋਰਟ ਕੀ ਸਟੇਟ ਦੀ ਹੁੰਦੀ ਨਾ, ਤੇ ਤੁਹਾਨੂੰ ਪਤਾ ਕਿ ਭਾਗ 6 ਦੇ ਵਿੱਚ ਕੀ ਹੈ ਰਾਜ ਸਰਕਾਰਾਂ ਦੀ ਗੱਲ ਕੀਤੀ ਗਈ। ਜੇ ਤੁਸੀਂ ਪਹਿਲੀਆਂ ਕਲਾਸਾਂ ਬੜੇ ਅੱਛੇ ਢੰਗ ਦੇ ਨਾਲ ਲਾਈਆਂ ਤਾਂ ਤੁਹਾਨੂੰ ਪੂਰਾ ਕੀ ਹੈ ਸਮਝ ਆਏਗਾ। ਠੀਕ ਹੈ, ਆਰਟੀਕਲ 214 ਤੋਂ ਲੈ ਕੇ 231 ਤੱਕ ਭਾਗ 6 ਦੇ ਵਿੱਚ ਕੀ ਆ ਹਾਈ ਕੋਰਟ ਦੇ ਸੰਗਠਨ, ਇਹਨਾਂ ਦੀ ਆਰਗੇਨਾਈਜੇਸ਼ਨ, ਸੁਤੰਤਰਤਾ, ਇੰਡੀਪੈਂਡੈਂਸ, ਜੂਰੀਡਿਕਸ਼ਨ, ਅਧਿਕਾਰ ਖੇਤਰ ਵੀ। ਠੀਕ ਹੈ, ਕਿੰਨੇ ਏਰੀਆ ਤੇ ਇਹਨਾਂ ਦਾ ਅਧਿਕਾਰ ਹੈ। ਠੀਕ ਹੈ, ਸ਼ਕਤੀਆਂ ਤੇ ਪ੍ਰਕਿਰਿਆਵਾਂ ਦੇ ਨਾਲ ਕੀ ਹੈ ਸੰਬੰਧਿਤ ਹੈ। ਠੀਕ ਹੈ, ਸੋ ਇਸ ਚੀਜ਼ ਨੂੰ ਤੁਸੀਂ ਕੀ ਹੈ ਯਾਦ ਰੱਖਣਾ ਆ। ਚਲੋ ਅੱਗੇ ਵਧੀਏ। ਠੀਕ ਹੈ ਜੀ, ਹੁਣ ਜੇ ਮੈਂ ਗੱਲ ਕਰਾਂ ਕਿ ਇਹਨਾਂ ਦਾ ਸੰਗਠਨ ਆਰਗੇਨਾਈਜੇਸ਼ਨ, ਠੀਕ ਹੈ ਜੀ, ਤਾਂ ਦੇਖੋ ਵੀ ਜਿਹੜੇ ਸੰਵਿਧਾਨ ਦੇ ਦੁਆਰਾ ਠੀਕ ਹੈ ਜੀ ਕੋਈ ਹਾਈ ਕੋਰਟ ਦੇ ਜੱਜਾਂ ਦੀ ਗਿਣਤੀ ਨਿਰਧਾਰਿਤ ਨਹੀਂ ਕੀਤੀ ਗਈ। ਸੋ ਇਹ ਗੱਲ ਬਿਲਕੁਲ ਨਹੀਂ ਕਹੀ ਗਈ ਕਿ ਹਾਂ ਇੰਨੇ ਹੀ ਜੱਜ ਹੋਣਗੇ। ਠੀਕ ਹੈ, ਕਿਉਂਕਿ ਦੇਖੋ ਜਿਸ ਸਟੇਟ ਦੀ ਜਿੰਨੀ ਜ਼ਿਆਦਾ ਪਾਪੂਲੇਸ਼ਨ ਹੈ ਨਾ, ਉੱਥੇ ਕੀ ਹੈ ਉਨਾ ਹੀ ਜ਼ਿਆਦਾ ਕੀ ਹੈ ਮਤਲਬ ਵਰਕਲੋਡ ਹੋਵੇਗਾ, ਉਨੇ ਜ਼ਿਆਦਾ ਕੇਸ ਹੋਣਗੇ। ਠੀਕ ਹੈ, ਤੇ ਤੁਹਾਨੂੰ ਪਤਾ ਹੀ ਹੈ ਜੁਡੀਸ਼ੀਅਲ ਸਿਸਟਮ ਤਾਂ ਇਹੋ ਜਿਹਾ ਕਿ ਮਤਲਬ ਜੇ ਕੇਸ ਤਰੀਕ ਪੇ ਤਾਰੀਖ ਹਨਾ ਕਹਿੰਦੇ ਨੇ, ਤਾਰੀਖ ਪੇ ਤਾਰੀਖ, ਤਰੀਕ ਤੇ ਤਰੀਕ ਪੈਂਦੀ ਰਹੇ ਤਾਂ ਉਹ ਕੰਮ ਕੀ ਹੈ ਜਿਹੜਾ ਜੁਡੀਸ਼ੀਅਲ ਮਤਲਬ ਕੋਰਟ ਦਾ ਅਦਾਲਤਾਂ ਦਾ ਕੰਮ ਕੀ ਹੈ ਉਹ ਵੱਧਦਾ ਹੀ ਜਾਂਦਾ ਹੈ। ਠੀਕ ਹੈ ਜੀ, ਬਾਕੀ ਇਹ ਗੱਲ ਹੈ ਕਿ ਰਾਸ਼ਟਰਪਤੀ ਤੇ ਨਿਰਭਰ ਕਰਦਾ ਹੈ ਕਿ ਕਿਹੜੇ ਹਾਈ ਕੋਰਟ ਦੇ ਵਿੱਚ ਕਿੰਨੇ ਜੱਜ ਨਿਰਧਾਰਿਤ ਕਰਨੇ, ਤੇ ਉਹ ਜਿਹੜੀ ਗਿਣਤੀ ਕੀ ਹੈ ਵੱਖ-ਵੱਖ ਹੋ ਸਕਦੀ ਹੈ। ਤਾਂ ਸਾਡੇ ਲਈ ਮੇਨ ਜਿਹੜਾ ਇੰਪੋਰਟੈਂਟ ਹੈ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਸੰਬੰਧਿਤ ਗੱਲਾਂ ਕੁਝ ਠੀਕ ਹੈ ਮੈਂ ਐਡ ਆਨ ਕੀਤੀਆਂ। ਤੇ ਜੇਕਰ ਮੈਂ ਗੱਲ ਕਰਾਂ ਠੀਕ ਹੈ ਜੀ ਚੀਫ ਜਸਟਿਸ, ਠੀਕ ਹੈ ਜੀ ਮੁੱਖ ਜੱਜ ਜਿਹਨੂੰ ਅਸੀਂ ਕੀ ਹੈ ਚੀਫ ਜਸਟਿਸ ਕਹਿੰਦੇ ਆ। ਠੀਕ ਹੈ ਜੀ, ਜੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਜਿਹੜੇ ਚੀਫ ਜਸਟਿਸ ਕੌਣ ਹੈ ਉਹ ਕੀ ਹੈ ਦੇਖੋ ਜੀ ਰਵੀ ਸ਼ੰਕਰ ਜਹਾ। ਠੀਕ ਹੈ ਜੀ, ਰਵੀ ਸ਼ੰਕਰ ਜਹਾ ਜੀ ਕੀ ਹੈ ਸਾਡੇ ਮੁੱਖ ਚੀਫ ਜਸਟਿਸ ਹੈ। ਠੀਕ ਹੈ ਜੀ, ਚੀਫ ਜਸਟਿਸ ਆਫ ਇੰਡੀਆ ਆਪਾਂ ਕੀ ਗੱਲ ਕੀਤੀ ਸੀ ਹੈ ਨਾ ਧਨੰਜय ਚੰਦਰਚੂੜ ਜੀ। ਠੀਕ ਹੈ, तो जे पंजाब एंड हरियाणा हाई कोर्ट के जेकर असीं चीफ जस्टिस की गल करिए तो वह कौन है जी रवि शंकर जहा। एक ही तुसीं चीज़ नूं याद रखना। ठीक है जी, उस तो बाद मैं गल करा ठीक है जी मैं तुहानूं ये चीज़ दस्सिया कीगा कि संविधान दे विच ये गल नहीं कही गई कि हाँ भी इन्ने हाई कोर्ट नूं इन्ने जज होणगे। सो ये डिपेंड करता है कि उत्थे किन्ना वर्कलोड है ना, ते भी किन्ने उत्थे असल दे विच जजस दी लोड़ है। ठीक है, किन्ने उत्थे जज होने चाहिए है। तो जेकर मैं रीसेंटली एक रिपोर्ट ही डाउनलोड की सी वैबसाइट तो उहदे विच लिखिया होया सीगा कि पंजाब ते हरियाणा हाई कोर्ट की जिहड़ी अप्रूव की अनुमति दिती हुई है भी मैक्सीमम उत्थे 85 जज हो सकते हैं। ठीक है जी, मैक्सीमम उत्थे 85 जज हो सकते हैं, जिन्हां विचों की जिहड़े 64 है वो तो पक्के जज है, परमानेंट जज है। ठीक है जी, 64 जज की है परमानेंट ते एडिशनल जज की है मान लो कि वर्कलोड वध गया आ, केस ज़्यादा आ गए या पेंडिंग केस आ कुछ, ठीक है वर्कलोड घटाना आ तो जिहड़े 21 जज की है एडिशनल जज होणगे। ठीक है, तो मैक्सीमम स्ट्रेंथ कितनी है जी 85 सवाल बन सकता। ठीक है जी, परमानेंट जज 64 क्योंकि ये देखो सवाल बने चाहे ना बने बट तुहानूं एक आइडिया होना चाहिए क्योंकि ये चीज़ां तो चेंज होंदियां रहणगीਆਂ। क्योंकि मान लो कि जिस समय इत्थे जे जजस की लोड ज़्यादा लोड नहीं है तो अप्रूवड वो घटा देणगे। ठीक है जी, तो जे लोड है तो वह की है गिनती वधा भी सकते हैं क्योंकि ये तो डिपेंड करता कि कितना वर्कलोड किहड़े हाई कोर्ट ते है। ठीक है जी, उस तो बाद जे मैं गल करा इन्हां दी नियुक्ति के बारे। ठीक है जी, देखो बहुत इंपॉर्टेंट है, सीधे क्वेश्चन ही बनना कि हाई कोर्ट की जज की नियुक्ति किहदे द्वारा की जाती है जी वो राष्ट्रपति के द्वारा की जाती है। ठीक है जी, तो मान लो कि जो चीफ जस्टिस हाई कोर्ट का नियुक्त करना है तो और किया तो राष्ट्रपति के द्वारा जाना है पर उहदी जिहड़ी सलाह वा ठीक है कंसल्टेशन किहदे नाल करनी है चीफ जस्टिस ऑफ इंडिया ते जिहड़े राज दे विच नियुक्त करना है उत्थों दे राज्यपाल नाल सलाह करके की है उहनूं नियुक्त किया जाएगा। ठीक है जी, देखो जे हाई कोर्ट का चीफ जस्टिस ठीक है नियुक्त करना है तो किया किहदे द्वारा जाएगा राष्ट्रपति द्वारा, तो सलाह किहदी लऊगा वो चीफ जस्टिस ऑफ इंडिया की की है सलाह लवेगा। तो दूजा की है
ਉਸ ਜਿਹੜੇ ਰਾਜ ਦੀ ਹਾਈ ਕੋਰਟ ਦੇ ਵਿੱਚ ਨਿਯੁਕਤ ਕਰਨਾ ਆ ਤਾਂ ਉੱਥੇ ਦੇ ਰਾਜਪਾਲ ਦੀ ਵੀ ਕੀ ਹੈ ਉਹ ਸਲਾਹ ਲਵੇਗਾ, ਮਤਲਬ ਕੰਸਲਟ ਕਰੇਗਾ। ਠੀਕ ਹੈ ਜੀ। ਤੇ ਜਿਹੜੇ ਬਾਕੀ ਜੱਜ ਹੋਣਗੇ ਮਤਲਬ ਚੀਫ ਜਸਟਿਸ ਤੋਂ ਬਿਨਾ, ਚੀਫ ਜਸਟਿਸ ਉੱਥੋਂ ਦੇ ਹਾਈ ਕੋਰਟ ਦੇ ਚੀਫ ਜਸਟਿਸ ਤੋਂ ਬਿਨਾ ਜਿਹੜੇ ਹੋਰ ਜੱਜ ਹੈ, ਠੀਕ ਹੈ, ਉਹਨਾਂ ਦੀ ਨਿਯੁਕਤੀ ਲਈ ਕੀ ਹੈ ਫਿਰ ਜਿਹੜਾ ਚੀਫ ਜਸਟਿਸ ਨਿਯੁਕਤ ਕਰ ਦਿੱਤਾ ਉਹਦੀ ਵੀ ਸਲਾਹ ਕੀ ਹੈ ਲੈਣੀ ਪਵੇਗੀ। ਠੀਕ ਹੈ ਜੀ। ਇਹਨਾਂ ਦੀ ਤਾਂ ਸਲਾਹ ਫਿਰ ਵੀ ਲੈਣੀ ਹੈ, ਚੀਫ ਜਸਟਿਸ ਆਫ ਇੰਡੀਆ ਤੇ ਰਾਜਪਾਲ ਦੀ ਸਲਾਹ ਤਾਂ ਲੈਣੀ ਹੈ, ਪਰ ਜੇਕਰ ਚੀਫ ਜਸਟਿਸ ਤੋਂ ਬਿਨਾ ਦੂਜੇ ਜੱਜ ਦੀ ਨਿਯੁਕਤੀ ਕਰਨੀ ਹੈ ਤਾਂ ਫਿਰ ਚੀਫ ਜਸਟਿਸ ਦੀ ਵੀ ਕੀ ਹੈ ਸਲਾਹ ਜਿਹੜੀ ਕੀ ਹੈ ਲਈ ਜਾਂਦੀ। ਮੰਨ ਲਓ ਤੇ ਜੇਕਰ ਦੋ ਰਾਜਾਂ ਦੀ ਜਿਹੜੀ ਇਕੱਠੀ ਹਾਈ ਕੋਰਟ, ਜਿਵੇਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਹੈ ਨਾ, ਇਹ ਕੀ ਹੈ ਦੋ ਰਾਜਾਂ ਦੀ ਇਕੱਠੀ ਹਾਈ ਕੋਰਟ ਹੈ, ਤਾਂ ਇੱਥੇ ਕੀ ਹੈ ਦੇਖੋ ਹਰਿਆਣਾ ਦੇ ਗਵਰਨਰ ਦੀ ਵੀ ਕੀ ਹੈ ਆਪਣਾ ਉਹ ਨਿਯੁਕਤੀ ਉਹ ਸਲਾਹ ਲਈ ਜਾਏਗੀ ਤੇ ਠੀਕ ਹੈ, ਤੇ ਪੰਜਾਬ ਦੇ ਵੀ ਕੀ ਆ ਆਪਣੇ ਰਾਜਪਾਲ ਦੀ ਕੀ ਹੈ ਜਿਹੜੀ ਸਹਿਮਤੀ ਕੀ ਆ ਲਈ ਜਾਏਗੀ। ਠੀਕ ਹੈ ਜੀ। ਅੱਗੇ ਚੱਲੀਏ। ਉਸ ਤੋਂ ਬਾਅਦ ਜੇ ਮੈਂ ਗੱਲ ਕਰਾਂ ਕਿ ਯੋਗਤਾ ਦੀ, ਠੀਕ ਹੈ ਜੀ, ਕੁਆਲੀਫਿਕੇਸ਼ਨ ਦੀ ਜੇ ਮੈਂ ਗੱਲ ਕਰਾਂ, ਠੀਕ ਹੈ ਜੀ, ਕੁਆਲੀਫਿਕੇਸ਼ਨ ਦੀ ਮੈਂ ਗੱਲ ਕਰਾਂ ਜੇ ਤਾਂ ਇਹਦੇ ਵਿੱਚ ਕੀ ਹੁੰਦਾ ਹੈ ਕਿ ਦੇਖੋ ਆਪਾਂ ਨੂੰ ਸੁਪਰੀਮ ਕੋਰਟ ਦੀ ਜਿਹੜੀ ਕੁਆਲੀਫਿਕੇਸ਼ਨ ਉਹ ਨਾ ਧਿਆਨ ਚ ਲੈ ਕੇ ਆਓ। ਠੀਕ ਹੈ। ਜਦੋਂ ਅਸੀਂ ਕਿਉਂਕਿ ਕਈ ਵਾਰੀ ਕੁਐਸਚਨ ਅਟੈਂਪਟ ਕਰਦਾ ਗਲਤ, ਪਤਾ ਕੀ ਹੋ ਜਾਂਦਾ, ਕਈ ਵਾਰੀ ਇਹ ਚੀਜ਼ ਨੂੰ ਧਿਆਨ ਚ ਨਹੀਂ ਰੱਖਦੇ ਕਿ ਉਹ ਹਾਈ ਕੋਰਟ ਦਾ ਆ ਕਿ ਆਪਣਾ ਸੁਪਰੀਮ ਕੋਰਟ ਦਾ ਆ। ਠੀਕ ਹੈ ਜੀ। ਜੱਜ ਤਾਂ ਥੋੜਾ ਦੋਨਾਂ ਦੀ ਜਿਹੜੀ ਕੁਆਲੀਫਿਕੇਸ਼ਨ ਕੀ ਹੈ ਉਹ ਡਿਫਰੈਂਟ ਹੈ। ਠੀਕ ਹੈ। ਦੋਨਾਂ ਦੀ ਜਿਹੜੀ ਕੁਆਲੀਫਿਕੇਸ਼ਨ ਕੀ ਹੈ ਥੋੜੀ ਡਿਫਰੈਂਟ ਹੈ। ਠੀਕ ਹੈ। ਜੇ ਹਾਈ ਕੋਰਟ ਨੂੰ ਜੱਜ ਨੂੰ ਨਿਯੁਕਤ ਕਰਨਾ ਤਾਂ ਉਹਦੀ ਯੋਗਤਾ ਥੋੜੀ ਡਿਫਰੈਂਟ ਹੈ, ਤੇ ਜੇਕਰ ਸੁਪਰੀਮ ਕੋਰਟ ਦੇ ਜੱਜ ਨੂੰ ਕੀ ਹੈ ਨਿਯੁਕਤ ਕਰਨਾ ਤੇ ਉਹਦੇ ਲਈ ਕੀ ਹੈ ਜਿਹੜੀ ਕੁਆਲੀਫਿਕੇਸ਼ਨ ਥੋੜੀ ਡਿਫਰੈਂਟ ਹੈ। ਠੀਕ ਹੈ ਜੀ। ਹੁਣ ਦੇਖੋ ਇਹਦੇ ਲਈ ਕੋਈ ਆਪਣਾ ਜਿਹੜੀਆਂ ਯੋਗਤਾ ਦਿੱਤੀਆਂ ਹੋਈਆਂ, ਪਹਿਲੀ ਗੱਲ ਤਾਂ ਇਹ ਕਿ ਭਾਰਤ ਦਾ ਨਾਗਰਿਕ ਹੋਣਾ ਚਾਹੀਦਾ। ਠੀਕ ਹੈ ਜੀ। ਤੇ ਦੂਜੀ ਗੱਲ ਕੀ ਹੈ ਦੇਖੋ ਕਿ ਉਹ ਕਿਸੇ ਵੀ ਭਾਰਤ ਦੇ ਖੇਤਰ ਵਿੱਚ 10 ਸਾਲਾਂ ਲਈ ਨਿਆਇਕ ਅਧਿਕਾਰੀ ਮਤਲਬ ਜੁਡੀਸ਼ੀਅਲ ਆਫਿਸਰ। ਜੁਡੀਸ਼ੀਅਲ ਆਫਿਸਰ ਕਿਹੜੇ ਹੁੰਦੇ ਕਿ ਜਿਹੜੇ ਕਿ ਤੁਹਾਨੂੰ ਪਤਾ ਕਿ ਜਿਵੇਂ ਜੁਡੀਸ਼ੀਅਰੀ ਦੇ ਐਗਜ਼ਾਮ ਕੱਢ ਕੇ ਹੈ ਨਾ ਭਰਤੀ ਹੁੰਦੇ ਆ। ਠੀਕ ਹੈ ਜੀ। ਤਾਂ ਉਹਨਾਂ ਨੂੰ ਜੁਡੀਸ਼ੀਅਲ ਆਫਿਸਰ ਕਹਿੰਦੇ, ਤੇ ਜੇਕਰ ਉਹ 10 ਸਾਲ ਨਿਆਇਕ ਅਧਿਕਾਰੀ ਜੁਡੀਸ਼ੀਅਲ ਆਫਿਸਰ ਦੇ ਵਜੋਂ ਕੀ ਹੈ ਆਪਣੀ 10 ਸਾਲ ਭਾਰਤ ਦੇ ਵਿੱਚ ਕਿਤੇ ਵੀ ਕੀ ਆ ਉਹਨੇ ਸੇਵਾ ਦਿੱਤੀ ਹੈ ਤਾਂ ਉਹ ਕੀ ਆ ਐਲੀਜੀਬਲ ਹੈਗਾ ਆ ਕਿ ਉਹ ਹਾਈ ਕੋਰਟ ਦਾ ਜੱਜ ਬਣ ਸਕੇ। ਤੇ ਜਾਂ ਕੀ ਆ ਉਹ ਐਗਜ਼ਾਮ ਆ। ਠੀਕ ਹੈ ਜੀ। ਜਾਂ ਕਿ ਉਹ 10 ਸਾਲਾਂ ਦੇ ਲਈ ਐਡਵੋਕੇਟ ਰਿਹਾ ਹੋਣਾ ਚਾਹੀਦਾ, ਮਤਲਬ ਉਹਨੇ ਵਕਾਲਤ ਕੀਤੀ ਹੋਣੀ ਚਾਹੀਦੀ। ਠੀਕ ਹੈ। ਬਾਕੀ ਇੱਕ ਚੀਜ਼ ਹੋਰ ਤੁਸੀਂ ਯਾਦ ਰੱਖਣੀ ਹੈ ਕਿ ਜਦੋਂ ਮੈਂ ਤੁਹਾਨੂੰ ਸੁਪਰੀਮ ਕੋਰਟ ਦੇ ਕੁਆਲੀਫਿਕੇਸ਼ਨ ਪੜ੍ਹਾਈ ਸੀ ਤਾਂ ਉਹਦੇ 'ਚ ਆਪਾਂ ਇਹ ਦੇਖਿਆ ਸੀਗਾ ਕਿ ਜੇਕਰ ਕੋਈ ਡਿਸਟਿੰਗੁਇਸ਼ਡ ਜੂਰਿਸਟ ਹੈਗਾ, ਮਤਲਬ ਕਾਨੂੰਨ ਦਾ ਵਿਗਿਆਨੀ ਹੈਗਾ, ਉਹ ਸੁਪਰੀਮ ਕੋਰਟ ਦੇ ਕੇਸ ਵਿੱਚ ਉਹਨੂੰ ਵੀ ਜੱਜ ਕੀ ਹੈ ਲਗਾਇਆ ਸਕਦਾ, ਪਰ ਹਾਈ ਕੋਰਟ ਦੇ ਮਾਮਲੇ 'ਚ ਇੱਦੀ ਗੱਲ ਨਹੀਂ ਕੀਤੀ ਕਿ ਜਿਹੜਾ ਡਿਸਟਿੰਗੁਇਸ਼ਡ ਆਪਣਾ ਜੂਰਿਸਟ ਹੈ, ਠੀਕ ਹੈ, ਜਾਂ ਜਿਹੜਾ ਕਾਨੂੰਨ ਦਾ ਵਿਗਿਆਨੀ ਹੈ, ਠੀਕ ਹੈ, ਉਹਨੂੰ ਹਾਈ ਕੋਰਟ ਦੇ ਮਾਮਲੇ 'ਚ ਉਹਨੂੰ ਜੱਜ ਨਹੀਂ ਲਗਾਇਆ ਸਕਦਾ, ਪਰ ਸੁਪਰੀਮ ਕੋਰਟ ਦੇ ਮਾਮਲੇ 'ਚ ਠੀਕ ਹੈ ਇੱਕ ਕੁਆਲੀਫਿਕੇਸ਼ਨ ਦੇ ਹਿੱਸੇ ਦੇ ਵਿੱਚ ਕੀ ਆ ਉਹ ਚੀਜ਼ ਵੀ ਆਉਂਦੀ ਹੈ। ਬਸ ਇੰਨਾ ਫਰਕ ਕੀ ਆ ਤੁਸੀਂ ਆਪਣਾ ਯਾਦ ਰੱਖਣਾ ਹੈ। ਠੀਕ ਹੈ ਜੀ। ਅੱਗੇ ਵਧੀਏ। ਠੀਕ ਹੈ, ਦੱਸਤਾ। ਉਸ ਤੋਂ ਬਾਅਦ ਸਹੁੰ ਦੀ ਗੱਲ ਕਰੀਏ। ਠੀਕ ਹੈ ਜੀ। ਦੇਖੋ ਆਪਣਾ ਰਾਜਪਾਲ ਦੇ ਸਾਹਮਣੇ ਕੀ ਹੈ, ਜੋ ਵੀ ਜੱਜ ਨੂੰ ਨਿਯੁਕਤ ਕੀਤਾ ਜਾਂਦਾ ਤਾਂ ਉਹਨੂੰ ਕੀ ਆ ਸਹੁੰ ਚੁੱਕਣੀ ਪਵੇਗੀ। ਠੀਕ ਹੈ ਜੀ। ਉਸ ਤੋਂ ਬਾਅਦ ਦੇਖੋ ਜੀ ਜੇ ਮੈਂ ਇਹਨਾਂ ਦੇ ਕਾਰਜਕਾਲ ਦੀ ਗੱਲ ਕਰਾਂ, ਠੀਕ ਹੈ, ਤਾਂ ਕੋਈ ਪੱਕਾ ਕਾਰਜਕਾਲ ਜਿਹੜਾ ਕੀ ਹੈ ਸੰਵਿਧਾਨ ਦੇ ਵਿੱਚ ਨਹੀਂ ਦੱਸਿਆ ਗਿਆ, ਪਰ 4 ਜਿਹੜੇ ਕੀ ਹੈ ਪ੍ਰਬੰਧ ਇੱਥੇ ਜ਼ਰੂਰ ਦੱਸੇ ਗਏ ਨੇ। ਠੀਕ ਹੈ ਜੀ। ਉਹ ਕਿਹੜੇ ਨੇ ਕਿ ਦੇਖੋ ਜੀ ਇਹਨਾਂ ਦੀ ਮਤਲਬ ਮੈਕਸਿਮਮ ਜਿਹੜੀ ਕੀ ਹੈ 62 ਸਾਲ ਤੱਕ ਜਿਹੜੀ ਉਮਰ ਹੋਵੇਗੀ, ਮਤਲਬ 62 ਸਾਲ ਦੀ ਉਮਰ ਤੱਕ ਕੀ ਆ ਉਹ ਦਫ਼ਤਰ ਦੇ ਵਿੱਚ ਬਣਿਆ ਰਹੇਗਾ। ਪਰ ਜੇਕਰ ਹੋਰ ਕੋਈ ਵੀ ਆਪਣਾ ਉਮਰ ਦੇ ਪ੍ਰਤੀ ਫੈਸਲਾ ਕਰਨਾ ਤਾਂ ਸਾਡੇ ਰਾਸ਼ਟਰਪਤੀ ਸਾਹਿਬ ਕਰਨਗੇ। ਠੀਕ ਹੈ ਜੀ। ਉਸ ਤੋਂ ਬਾਅਦ ਜੇ ਮੈਂ ਗੱਲ ਕਰਾਂ ਤਾਂ ਜੇਕਰ ਅਸਤੀਫਾ ਦੇਣਾ ਤਾਂ ਉਹ ਰਾਸ਼ਟਰਪਤੀ ਕੀ ਹੈ ਰਾਸ਼ਟਰਪਤੀ ਨੂੰ ਆਪਣਾ ਅਸਤੀਫਾ ਲਿਖ ਸਕਦੇ। ਠੀਕ ਹੈ ਜੀ। ਇਹ ਨਹੀਂ ਹੈਗਾ ਹੁਣ ਇੱਕ ਇੱਥੇ ਕਨਫਿਊਜ਼ਨ ਨਾ ਹੋ ਜਾਓ ਵੀ ਜੇ ਸੁਪਰੀਮ ਕੋਰਟ ਹੈ ਤੇ ਉਹ ਕੀ ਅਸਤੀਫਾ ਰਾਸ਼ਟਰਪਤੀ ਨੂੰ ਲਿਖਣਗੇ। ਠੀਕ ਹੈ। ਤੇ ਜੇਕਰ ਮਤਲਬ ਆਪਣਾ ਹਾਈ ਕੋਰਟ ਹੈ ਤੇ ਉਹ ਕਿਤੇ ਰਾਜਪਾਲ ਨੂੰ ਲਿਖਣਗੇ। ਨਹੀਂ, ਇਹ ਚੀਜ਼ ਨੂੰ ਕਨਫਿਊਜ਼ ਨਹੀਂ ਹੋਣਾ, ਕਿਉਂਕਿ ਜਿਹੜੀ ਜੱਜ ਹੈ ਨਾ, ਕਿਉਂਕਿ ਇਹ ਬਹੁਤ ਇਹਨਾਂ ਕੋਲ ਪਾਵਰ ਹੁੰਦੀ ਹੈ ਤਾਂ ਇਹਨਾਂ ਨੂੰ ਜਿਹੜਾ ਨਿਯੁਕਤੀ ਹੈ ਤੇ ਜਾਂ ਇਹਨਾਂ ਨੂੰ ਹਟਾਉਣ ਦਾ ਪ੍ਰੋਸੈਸ ਬੜਾ ਕੀ ਆ ਸੌਖਾ ਨਹੀਂ ਹੈਗਾ। ਠੀਕ ਹੈ। ਤੁਹਾਨੂੰ ਅੱਗੇ ਸੁਪਰੀਮ ਕੋਰਟ ਬਾਰੇ ਵੀ ਮੈਂ ਚੀਜ਼ਾਂ ਨੂੰ ਦੱਸਿਆ ਸੀਗਾ, ਤਾਂ ਇਹ ਚੀਜ਼ ਨੂੰ ਯਾਦ ਰੱਖਣਾ ਜਿਹੜਾ ਅਸਤੀਫਾ ਕੀ ਹੈ ਉਹ ਆਪਣਾ ਰਾਸ਼ਟਰਪਤੀ ਨੂੰ ਲਿਖ ਸਕਦੇ ਆ। ਠੀਕ ਹੈ ਜੀ। ਬਾਕੀ ਦੇਖੋ ਸੰਸਦ ਦੀ ਰეკਮੈਂਡੇਸ਼ਨ ਤੇ ਵੀ ਇਹਨਾਂ ਨੂੰ ਹਟਾਇਆ ਜਾ ਸਕਦਾ। ਠੀਕ ਹੈ ਜੀ। ਬਾਕੀ ਦੇਖੋ ਕਿਵੇਂ ਤਰੀਕੇ ਨਾਲ ਖਾਲੀ ਹੋ ਸਕਦਾ ਇਹਨਾਂ ਦਾ ਦਫ਼ਤਰ, ਜਾਂ ਤਾਂ ਕੀ ਹੈ ਦੇਖੋ ਹਾਈ ਕੋਰਟ ਦੇ ਜੱਜ ਨੂੰ ਸੁਪਰੀਮ ਕੋਰਟ ਦਾ ਜੱਜ ਬਣਾ ਦਿੱਤਾ ਗਿਆ ਹੈ ਨਾ, ਤੇ ਜਾਂ ਕੀ ਹੈ ਇਸ ਹਾਈ ਕੋਰਟ ਦੇ ਜੱਜ ਨੂੰ ਕਿਸੇ ਹੋਰ ਹਾਈ ਕੋਰਟ ਦੇ ਵਿੱਚ ਟ੍ਰਾਂਸਫਰ ਕਰ ਦਿੱਤਾ ਗਿਆ ਆ, ਤਾਂ ਇਸ ਤਰੀਕੇ ਨਾਲ ਕੀ ਇਹਨਾਂ ਦਾ ਦਫ਼ਤਰ
उस हाई कोर्ट ਦੇ ਵਿੱਚੋਂ ਖਾਲੀ ਹੋ ਸਕਦਾ। ਠੀਕ ਹੈ ਜੀ। ਉਸ ਤੋਂ ਬਾਅਦ ਜੇ ਮੈਂ ਗੱਲ ਕਰਾਂ ਹਟਾਉਣ ਦੀ, ਠੀਕ ਹੈ, ਸੇਮ ਪ੍ਰੋਸੈਸ ਹੈ ਜਿਹੜਾ ਕੀ ਹੈ ਸੁਪਰੀਮ ਕੋਰਟ ਦੇ ਜੱਜ ਨੂੰ ਹਟਾਉਣ ਦੇ ਲਈ ਹੁੰਦਾ, ਕਿਉਂਕਿ ਦੇਖੋ ਜੱਜ ਜਿਹੜੇ ਕੀ ਆ, ਜੱਜ ਤਾਂ ਜੱਜ ਹੀ ਹੈ, ਕਿਉਂਕਿ ਦੇਖੋ ਇਹਨਾਂ ਦਾ ਐਕਸਪੀਰੀਅੰਸ ਬੋਲਦਾ ਆ, ਸਮਝਦੇ ਪਏ, ਕੋਈ ਇਹਨਾਂ 'ਚ ਕੋਈ ਉੱਪਰ ਥੱਲੇ ਨਹੀਂ ਹੁੰਦਾ। ਜਸਟ ਕੀ ਹੈ ਫਰਕ ਕੀ ਹੁੰਦਾ ਆ, ਇੱਕ ਜਿਹੜਾ ਬੰਦਾ ਚੀਫ ਜਸਟਿਸ ਹੈ ਬਸ ਉਹੀ ਹੈ, ਬਾਕੀ ਜੱਜ ਕੀ ਆ ਆਲਮੋਸਟ ਸੇਮ ਹੈ, ਇਹਨਾਂ ਦਾ ਰੁਤਬਾ, ਇਹਨਾਂ ਦੀ ਪਾਵਰ ਸੇਮ ਹੈ। ਠੀਕ ਹੈ ਜੀ। ਤਾਂ ਇਹਨਾਂ ਨੂੰ ਚਾਹੇ ਉਹ ਹਾਈ ਕੋਰਟ ਦੇ ਜੱਜਸ ਚਾਹੇ ਸੁਪਰੀਮ ਕੋਰਟ ਦੇ ਜੱਜਸ, ਤਾਂ ਇਹਨਾਂ ਨੂੰ ਕੀ ਆ ਸੰਸਦ ਦੁਆਰਾ ਹੀ ਹਟਾਇਆ ਜਾ ਸਕਦਾ। ਹੁਣ ਇਹ ਨਹੀਂ ਹੈਗਾ ਕਿ ਜੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਆ ਵੀ ਇਹਨੂੰ ਪੰਜਾਬ ਦੀ ਵਿਧਾਨ ਸਭਾ 'ਚ ਹਟਾਇਆ ਜਾਊਗਾ, ਨਹੀਂ, ਸਿਰਫ ਸੰਸਦ ਦੇ ਵਿੱਚ ਹੀ ਹਟਾਇਆ ਜਾਏਗਾ। ਠੀਕ ਹੈ ਜੀ। ਇਸ ਚੀਜ਼ ਨੂੰ ਤੁਸੀਂ ਧਿਆਨ ਦੇ ਵਿੱਚ ਰੱਖਣਾ ਆ। ਠੀਕ ਹੈ ਜੀ। ਤਾਂ ਜੇ ਗੱਲ ਕਰੀਏ ਤਾਂ ਦੇਖੋ ਸੇਮ ਹੀ ਹੈ ਮਤਾ ਕਿ ਮੈਂ ਤੁਹਾਨੂੰ ਇਹ ਚੀਜ਼ਾਂ ਦੱਸਿਆ ਸੀ ਕਿ ਇਹਨਾਂ ਲਈ ਇੱਕ ਐਕਟ ਬਣਿਆ ਹੋਇਆ ਜਜਸ ਇਨਕੁਆਇਰੀ ਐਕਟ 1968। ਠੀਕ ਹੈ ਜੀ। ਸੋ ਇਹਦੇ ਤਹਿਤ ਕੀ ਹੈ ਆਪਣੇ ਜਜਸ ਨੂੰ ਕੀ ਹੈ ਹਟਾਇਆ ਜਾ ਸਕਦਾ। ਠੀਕ ਹੈ ਜੀ। ਤੇ ਮੈਂ ਇਹ ਸੇਮ ਪ੍ਰੋਸੈਸ ਹੈ, ਬਿਲਕੁਲ ਸੇਮ ਹੈ ਵੀ ਜੇਕਰ ਉਸ ਮਤੇ ਨੂੰ ਆਪਾਂ ਲੋਕ ਸਭਾ 'ਚ ਲੈ ਕੇ ਆਉਣਾ ਤਾਂ ਘੱਟੋ ਘੱਟ ਕੀ ਹੈ 100 ਬੰਦੇ ਦੇ ਸਾਈਨ ਕੀਤੇ ਹੋਣੇ ਚਾਹੀਦੇ। ਠੀਕ ਹੈ। ਇਹ ਉਸ ਇਕੱਲੇ ਮਤੇ ਨੂੰ ਲੈ ਕੇ ਆਉਣ ਲਈ ਵੀ, ਠੀਕ ਹੈ, ਮਤੇ ਨੂੰ ਪਹਿਲਾਂ ਆਪਾਂ ਲੈ ਕੇ ਆਉਣਾ ਵਾ ਵੀ ਇਹ ਮੁੱਦਾ ਚੱਕਣਾ ਆ, ਤਾਂ ਘੱਟੋ ਘੱਟ ਜੇ ਲੋਕ ਸਭਾ 'ਚ ਲੈ ਕੇ ਆਉਣਾ ਤਾਂ 100 ਮੈਂਬਰਾਂ ਦੇ ਸਾਈਨ ਹੋਣੇ ਚਾਹੀਦੇ, ਤੇ ਜੇ ਰਾਜ ਸਭਾ 'ਚ ਲੈ ਕੇ ਆਉਣਾ ਤਾਂ ਘੱਟੋ ਘੱਟ ਨਹੀਂ ਦੇ 50 ਬੰਦਿਆਂ ਦੇ ਸਾਈਨ ਕੀ ਆ ਉੱਥੇ ਹੋਣੇ ਚਾਹੀਦੇ। ਠੀਕ ਹੈ ਜੀ। 50 ਮੈਂਬਰਾਂ ਦੇ, ਇਹ ਨਹੀਂ ਕਿ ਬੰਦੇ ਵੀ ਇੱਥੋਂ ਕਿਤੋਂ ਚੱਕ ਲਏ ਨਾ, ਮੈਂਬਰ ਜਿਹੜੇ ਸੰਸਦ ਦੇ ਮੈਂਬਰ, ਠੀਕ ਹੈ ਜੀ, ਉਹਨਾਂ ਦੇ ਸਾਈਨ ਹੋਣੇ ਚਾਹੀਦੇ। ਤੇ ਫਿਰ ਕੀ ਹੈ ਇਹ ਜਿਹੜਾ ਮੁੱਦਾ ਕੀ ਹੈ, ਇਹ ਜਿਹੜਾ ਮਤਾ ਆ ਆਪਣਾ ਸਪੀਕਰ, ਜੇਕਰ ਲੋਕ ਸਭਾ ਤੇ ਸਪੀਕਰ ਨੂੰ ਦੇਵਾਂਗੇ ਤੇ ਜੇ ਰਾਜ ਸਭਾ ਤੇ ਉਹਦੇ ਚੇਅਰਮੈਨ ਨੂੰ ਕੀ ਅਸੀਂ ਦੇਵਾਂਗੇ। ਬਾਕੀ ਦੇਖੋ ਸਪੀਕਰ ਜਾਂ ਚੇਅਰਮੈਨ ਕੀ ਹੈ ਇਹ ਮਤੇ ਨੂੰ ਦਾਖਲ ਕਰ ਵੀ ਸਕਦਾ ਤੇ ਦਾਖਲ ਕਰਨ ਤੋਂ ਮਨਾ ਵੀ ਕਰ ਸਕਦਾ। ਠੀਕ ਹੈ। ਤੇ ਜੇਕਰ ਮਤਾ ਜਿਹੜਾ ਦਾਖਲ ਕਰ ਲਿਆ ਜਾਵੇ ਤਾਂ 3 ਮੈਂਬਰਾਂ ਦੀ ਕੀ ਹੈ ਕਮੇਟੀ ਕੀ ਹੈ ਬਣਦੀ ਹੈ। ਠੀਕ ਹੈ। 3 ਮੈਂਬਰਾਂ ਦੀ ਕਮੇਟੀ ਬਣਦੀ ਹੈ। ਠੀਕ ਹੈ ਜੀ। ਉਹਦੇ ਵਿੱਚ ਕੌਣ ਕੌਣ ਹੁੰਦਾ? ਠੀਕ ਹੈ ਜੀ। ਸੁਪਰੀਮ ਕੋਰਟ ਦੇ ਚੀਫ ਜਸਟਿਸ ਹੁੰਦੇ ਤੇ ਹਾਈ ਕੋਰਟ ਦੇ ਜੱਜ ਹੁੰਦਾ। ਠੀਕ ਹੈ ਜੀ। ਤੇ ਕਾਨੂੰਨ ਦਾ ਵਿਗਿਆਨੀ, ਠੀਕ ਹੈ ਜੀ, ਡਿਸਟਿੰਗੁਇਸ਼ਡ ਜੂਰਿਸਟ, ਠੀਕ ਹੈ ਜੀ, ਉਹ ਹੁੰਦਾ ਹੈ। ਠੀਕ ਹੈ ਜੀ। ਤੇ ਜੇਕਰ ਕਮੇਟੀ ਕੀ ਹੈ ਦੋਸ਼ੀ ਪਾਉਂਦੀ ਹੈ ਤਾਂ ਉਹ ਅੱਗੇ ਮਤੇ ਨੂੰ ਅੱਗੇ ਵਧਾਇਆ ਜਾਂਦਾ, ਤਾਂ ਦੋਵੇਂ ਸਦਨ ਲੋਕ ਸਭਾ ਤੇ ਰਾਜ ਸਭਾ ਕੀ ਹੈ ਖਾਸ ਬਹੁਮਤ ਦੇ ਨਾਲ ਕੀ ਹੈ ਉਹਨੂੰ ਪਾਸ ਕਰਦੇ। ਠੀਕ ਹੈ ਜੀ। ਤੇ ਹਾਲਾਂਕਿ ਕਿਸੇ ਵੀ ਜੱਜ ਨੂੰ ਅਜਿਹੇ ਤਰੀਕੇ ਦੇ ਨਾਲ ਹਜੇ ਨਹੀਂ ਹਟਾਇਆ ਗਿਆ। ਠੀਕ ਹੈ ਜੀ। ਬਾਕੀ ਜੇ ਤਨਖਾਹ ਦੇ ਭੱਤਿਆਂ ਦੀ ਮੈਂ ਗੱਲ ਕਰਾਂ, ਠੀਕ ਹੈ ਜੀ, ਤਾਂ ਆਪਣਾ ਸੰਸਦ ਦੁਆਰਾ ਹੀ ਨਿਰਧਾਰਿਤ ਕੀਤੇ ਜਾਂਦੇ। ਠੀਕ ਹੈ ਜੀ। ਉਸ ਤੋਂ ਬਾਅਦ ਜੇ ਮੈਂ ਗੱਲ ਕਰਾਂ ਐਕਟਿੰਗ ਚੀਫ ਜਸਟਿਸ, ਮਤਲਬ ਚੀਫ ਜਸਟਿਸ ਦੇ ਵਜੋਂ ਕੰਮ ਕਰਨਾ। ਮੰਨ ਲਓ ਕਿ ਚੀਫ ਜਸਟਿਸ ਹੈ ਜਿਹੜਾ ਹਾਈ ਕੋਰਟ ਦਾ, ਠੀਕ ਹੈ ਜੀ, ਬਿਮਾਰ ਸ਼ਮਾਰ ਹੋ ਗਏ ਜਾਂ ਕੋਈ ਕੰਮ ਪੈ ਗਿਆ, ਠੀਕ ਹੈ ਜੀ, ਢਿੱਲਾ ਮੱਸਾ ਹੋ ਗਿਆ, ਤੇ ਉਹ ਕੀ ਆ ਆਪਣੀ ਚੀਫ ਜਸਟਿਸ ਵਜੋਂ ਕੀ ਆਪਣੀ ਡਿਊਟੀ ਨਹੀਂ ਨਿਭਾ ਸਕਦੇ, ਤਾਂ ਰਾਸ਼ਟਰਪਤੀ ਕੀ ਕਰੂਗਾ ਜੀ ਕਿਸੇ ਹੋਰ ਜੱਜ ਨੂੰ ਕੀ ਹੈ ਚੀਫ ਜਸਟਿਸ ਵਜੋਂ ਕੰਮ ਕਰਨ ਦੇ ਲਈ ਨਿਯੁਕਤ ਕਰ ਸਕਦਾ ਹੈ। ਠੀਕ ਹੈ ਜੀ। ਕੌਣ? ਰਾਸ਼ਟਰਪਤੀ। ਠੀਕ ਹੈ। ਇਹ ਚੀਜ਼ ਨੂੰ ਯਾਦ ਰੱਖਣਾ, ਰਾਸ਼ਟਰਪਤੀ ਕੀ ਹੈ ਜੇਕਰ ਚੀਫ ਜਸਟਿਸ ਕੰਮ ਕਰਨ ਦੇ ਯੋਗ ਨਹੀਂ ਹੈ, ਠੀਕ ਹੈ ਜੀ, ਤੇ ਜਾਂ ਮਤਲਬ ਗੈਰ ਹਾਜ਼ਰ ਹੈ, ਤਾਂ ਕਿਸੇ ਹੋਰ ਜੱਜ ਨੂੰ ਕੀ ਹੈ ਉਹ ਚੀਫ ਜਸਟਿਸ ਦੇ ਵਜੋਂ ਕੰਮ ਕਰਨ ਦੇ ਲਈ ਨਿਯੁਕਤ ਕਰ ਸਕਦਾ। ਠੀਕ ਹੈ ਜੀ। ਉਸ ਤੋਂ ਬਾਅਦ ਜੇ ਮੈਂ ਇਹ ਗੱਲ ਕਰਦਾ ਪਿਆ ਐਡੀਸ਼ਨਲ ਜੱਜ ਦੀ ਮੈਂ ਗੱਲ ਕਰਦਾ ਪਿਆ ਸੀ। ਮੰਨ ਲਓ ਕਿ ਕਈ ਵਾਰ ਕੀ ਹੁੰਦਾ ਕਿ ਵਰਕਲੋਡ ਵੱਧ ਗਿਆ ਹੈ ਨਾ ਹਾਈ ਕੋਰਟ ਦਾ, ਤਾਂ ਕੀ ਹੈ ਆਪਣਾ ਰਾਸ਼ਟਰਪਤੀ ਕੀ ਕਰ ਸਕਦਾ ਕੁਝ ਐਡੀਸ਼ਨਲ ਜੱਜ, ਠੀਕ ਹੈ ਜੀ, ਉਹ ਕੀ ਹੈ ਉਸ ਕੰਮ ਕਰਨ ਦੇ ਲਈ ਨਿਯੁਕਤ ਕਰ ਸਕਦੇ, ਪਰ ਮੈਕਸਿਮਮ 2 ਸਾਲ ਲਈ ਹੀ ਕਰ ਸਕਦੇ ਕਿਸੇ ਜੱਜ ਨੂੰ। ਇਹ ਚੀਜ਼ ਨੂੰ ਯਾਦ ਰੱਖਣਾ, ਮੈਕਸਿਮਮ 2 ਸਾਲ ਲਈ। ਠੀਕ ਹੈ। ਜਿਹੜਾ ਐਡੀਸ਼ਨਲ ਜੱਜ ਨੂੰ ਕੀ ਹੈ ਮੈਕਸਿਮਮ 2 ਸਾਲ ਲਈ ਕੀ ਹੈ ਰਾਸ਼ਟਰਪਤੀ ਨਿਯੁਕਤ ਕਰ ਸਕਦੇ, ਉਹ ਵੀ ਤਾਂ ਵੀ ਜੇ ਵਰਕਲੋਡ ਵੱਧ ਗਿਆ ਹੋਵੇ ਕੰਮ ਦਾ। ਠੀਕ ਹੈ ਜੀ। ਉਸ ਤੋਂ ਬਾਅਦ ਰਿਟਾਇਰ ਜੱਜ। ਠੀਕ ਹੈ ਜੀ। ਹੁਣ ਰਿਟਾਇਰ ਜੱਜ ਦਾ ਤੁਹਾਨੂੰ ਪਤਾ ਹੀ ਹੈ ਕਿ ਵੈਸੇ ਤਾਂ ਮਤਲਬ ਸੰਵਿਧਾਨ ਇਹ ਵੀ ਕਹਿੰਦਾ ਕਿ ਜਿਹੜਾ ਰਿਟਾਇਰ ਜੱਜ ਹੈ ਉਹਦੀ ਕੀ ਹੈ ਮਤਲਬ ਬੈਨ ਹੈ ਪ੍ਰੈਕਟਿਸ ਤੇ, ਪਰ ਉਹ ਪ੍ਰੈਕਟਿਸ ਤੇ ਬੈਨ ਕਿਹਦੇ ਵਿੱਚ ਹੈ ਕਿ ਮਤਲਬ ਜਿਹੜਾ ਜੱਜ ਆ ਉਹ ਹੋਰ ਕਿਸੇ ਖੇਤਰ ਦੇ ਵਿੱਚ ਜਾ ਕੇ ਆਪਣੀ ਜੌਬ ਨਹੀਂ ਕਰ ਸਕਦਾ। ਠੀਕ ਹੈ। ਤੇ ਮੰਨ ਲਓ ਕਿ ਜੇਕਰ ਵਰਕਲੋਡ ਵੱਧਦੇ ਤਾਂ ਹਾਈ ਕੋਰਟ ਦਾ ਜਿਹੜਾ ਚੀਫ ਜਸਟਿਸ ਹੈ ਉਹ ਕਿਸੇ ਵੀ ਸਮੇਂ ਕੋਈ ਜਿਹੜਾ ਰਿਟਾਇਰ ਜੱਜ ਹੈ ਉਹਨੂੰ ਆਰਜੀ ਤੌਰ ਤੇ ਟੈਂਪਰੇਰੀ ਤੌਰ ਤੇ ਬੁਲਾ ਸਕਦੇ ਆ, ਭਾਈ ਵੀ ਵਰਕਲੋਡ ਜ਼ਿਆਦਾ ਹੈਗਾ ਵੀ ਤੁਸੀਂ ਕੀ ਹੈ ਕੇਸ ਨੂੰ ਕੀ ਹੈ ਹੱਲ ਕਰੋ। ਕਿਉਂਕਿ ਦੇਖੋ ਜੱਜਸ ਕੋਲ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਕਿ ਐਕਸਪੀਰੀਅੰਸ ਦਾ ਕੰਮ ਹੁੰਦਾ ਆ, ਕੋਈ ਇਹ ਨਹੀਂ ਹੈਗਾ ਕਿ ਹਾਂਜੀ ਵੈਕੈਂਸੀਆਂ ਖਾਲੀ ਹੋ ਗਈਆਂ ਤੇ ਨਵਿਆਂ ਦੀ ਨਿਯੁਕਤੀ ਕਰ ਲਓ। ਠੀਕ ਹੈ। ਕਿਉਂਕਿ ਨਵਿਆਂ ਕੋਲ ਇਹਨਾਂ ਐਕਸਪੀਰੀਅੰਸ ਨਹੀਂ ਹੁੰਦਾ, ਕਿਉਂਕਿ ਜਿਹੜੇ ਰਿਟਾਇਰ ਜੱਜ ਵੀ ਹੈਗੇ ਆ ਤਾਂ ਦੇਖੋ ਕਿ ਇੱਕ ਬਜ਼ੁਰਗ ਮਤਲਬ ਇੱਕ ਏਜ ਦੇ ਵਿੱਚ ਜਾ ਕੇ ਹੈ ਨਾ ਉਹਨਾਂ ਕੋਲ ਕਿੰਨਾ ਜ਼ਿਆਦਾ ਐਕਸਪੀਰੀਅੰਸ ਆ ਜਾਂਦਾ, ਤੇ ਕਿਤੇ ਨਾ ਕਿਤੇ ਜੇਕਰ ਆਪਾਂ ਨਵੇਂ ਕਿਸੇ ਬੰਦੇ ਨੂੰ ਲੈ ਕੇ ਆਉਣ ਦੀ ਬਜਾਏ, ਕਿਉਂਕਿ ਤੁਹਾਨੂੰ ਪਤਾ ਕਿ ਜਿਹੜਾ ਫੈਸਲਾ ਸੁਣਾਉਣਾ ਕਿਤੇ ਸੌਖਾ ਥੋੜਾ ਹੁੰਦਾ, ਜੇਕਰ ਮੰਨ ਲਓ ਵੀ ਕਿਸੇ ਨੂੰ ਮੌਤ ਦੀ ਸਜ਼ਾ ਵੀ ਸੁਣਾਉਣੀ ਹੈ ਤਾਂ ਉਹ ਵੀ ਦੇਖੋ ਵੀ ਇੱਕ ਸੁਲਝਿਆ ਬੰਦਾ ਹੋਊਗਾ
ਵੀ ਜਿਹੜਾ ਕੀ ਹੈ ਮਤਲਬ ਜੱਜਸ ਪਤਾ ਨਹੀਂ ਇਸ ਚੀਜ਼ ਨੂੰ ਕਿਵੇਂ ਹੈਂਡਲ ਕਰਦੇ ਹੋਊਗਾ ਕਿ ਕਿਵੇਂ ਸਾਰੇ ਪਹਿਲੂ ਜਾਣ ਕੇ ਹਨਾ ਸਾਰੇ ਕੇਸ ਦਾ ਚੰਗੀ ਤਰ੍ਹਾਂ ਉਹਨੂੰ ਜਾਂਚ ਪੜਤਾਲ ਕਰਕੇ ਫਿਰ ਇੱਕ ਸਜ਼ਾ ਸੁਣਾਉਣੀ, ਠੀਕ ਹੈ। ਤਾਂ ਇੱਕ ਐਕਸਪੀਰੀਅੰਸਡ ਮਤਲਬ ਤਜਰਬੇਕਾਰ, ਠੀਕ ਹੈ, ਵਿਅਕਤੀ ਉੱਥੇ ਕੀ ਹੈ ਜਿਹੜੇ ਜੱਜ ਹੁੰਦੇ ਆ, ਤਾਂ ਰਿਟਾਇਰ ਜੱਜ ਨੂੰ ਵੀ ਕੀ ਆ ਉਹ ਸੇਵਾ ਲਈ ਬੁਲਾ ਸਕਦੇ ਆ ਆਰਜੀ ਤੌਰ ਤੇ, ਪਰ ਕਾਹਦੀ ਰਾਸ਼ਟਰਪਤੀ ਦੀ ਸਹਿਮਤੀ ਦੇ ਨਾਲ, ਠੀਕ ਹੈ ਜੀ। ਤੇ ਬਾਕੀ ਜਿਹੜਾ ਰਿਟਾਇਰ ਜੱਜ ਹੈ ਉਹਦੀ ਜਿਹੜੀ ਤਨਖਾਹ ਵਗੈਰਾ ਉਹ ਵੀ ਕੀ ਹੈ ਰਾਸ਼ਟਰਪਤੀ ਦੇ ਦੁਆਰਾ ਹੀ ਨਿਰਧਾਰਿਤ ਕੀਤੀ ਜਾਵੇਗੀ, ਠੀਕ ਹੈ ਜੀ। ਹੁਣ ਜੇ ਮੈਂ ਗੱਲ ਕਰਾਂ, ਠੀਕ ਹੈ ਜੀ, ਇਹ ਸੇਮ ਚੀਜ਼ਾਂ ਹੀ ਆ, ਬਸ ਥੋੜਾ ਜਿਹਾ ਫਰਕ ਹੈ। ਦੇਖੋ ਜੀ, ਕਿਉਂਕਿ ਦੇਖੋ ਹਾਈ ਕੋਰਟ ਇੰਪੋਰਟੈਂਟ ਹੈ ਇੱਕ ਡੈਮੋਕ੍ਰੇਸੀ ਦੇ ਵਿੱਚ, ਲੋਕਤੰਤਰ ਦੇ ਵਿੱਚ ਇੱਕ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ, ਠੀਕ ਹੈ। ਜੇ ਮੈਂ ਰਾਜ ਦੀ ਗੱਲ ਵੀ ਕਰਾਂ, ਕਿਉਂਕਿ ਦੇਖੋ ਕਿ ਇਹ ਹਾਈ ਕੋਰਟ ਦਾ ਕੰਮ ਕੀ ਹੈ ਕਿ ਲੋਕਾਂ ਦੇ ਅਧਿਕਾਰਾਂ ਦੀ ਰੱਖਿਆ ਕਰਨੀ ਹੈ ਨਾ। ਜੇਕਰ ਸਰਕਾਰ ਹੀ ਕੋਈ ਗਲਤ ਕਾਨੂੰਨ ਲੈ ਆਵੇ ਤਾਂ ਉੱਥੇ ਵੀ ਹਾਈ ਕੋਰਟ ਜਾਂ ਜੁਡੀਸ਼ੀਅਲੀ ਆਪਣੀ ਜੁਡੀਸ਼ਰੀ ਦਾ ਹੀ ਆਪਣਾ ਕੰਮ ਆਉਂਦਾ ਭਾਈ ਵੀ ਉਸ ਤਰੀਕੇ ਨੂੰ ਦੇਖਣ ਕਾਨੂੰਨ ਨੂੰ ਕਿ ਇਹ ਸਹੀ ਹੈ ਕਾਨੂੰਨ, ਹੈ ਨਾ, ਤੇ ਵੀ ਕੁਛ ਸੰਵਿਧਾਨ ਦੀ ਉਲੰਘਣਾ ਤਾਂ ਨਹੀਂ ਕਰ ਰਹੇ, ਹੈ ਨਾ, ਕਿਸੇ ਹੋਰ ਕਾਨੂੰਨ ਦੀ ਉਲੰਘਣਾ ਤਾਂ ਨਹੀਂ ਹੋ ਰਹੀ, ਲੋਕਾਂ ਦੇ ਅਧਿਕਾਰਾਂ ਦੀ ਉਲੰਘਣਾ ਤਾਂ ਨਹੀਂ ਹੋ ਰਹੀ। ਤਾਂ ਇੱਕ ਜਿਹੜੀ ਜੁਡੀਸ਼ਰੀ ਹੈ ਜਾਂ ਇੱਕ ਜਿਹੜੀ ਅਦਾਲਤ ਹੈ ਨਾ, ਜਾਂ ਇੱਕ ਸਾਡੀ ਨਿਆਂਪਾਲਿਕਾ ਦਾ ਉਹਦਾ ਬਹੁਤ ਮਹੱਤਵਪੂਰਨ ਰੋਲ ਹੈ ਨਾ। ਤੇ ਇਸ ਚੀਜ਼ ਦੇ ਲਈ ਇਹ ਜ਼ਰੂਰੀ ਹੁੰਦਾ ਕਿ ਉਹ ਸੁਤੰਤਰਤਾ ਦੇ ਨਾਲ ਕੰਮ ਕਰੇ, ਬਿਲਕੁਲ ਇੰਡੀਪੈਂਡੈਂਟ ਹੋ ਕੇ ਕੰਮ ਕਰੇ, ਵੀ ਕਿਸੇ ਦੇ ਪ੍ਰੈਸ਼ਰ ਦੇ ਹੇਠ ਨਾ ਹੋਵੇ। ਤਾਂ ਉਸ ਚੀਜ਼ ਪ੍ਰਤੀ ਕੀ ਹੈ ਜਿਹੜੇ ਸੰਵਿਧਾਨ ਦੇ ਪ੍ਰੋਵੀਜ਼ਨ ਬਣਾਏ ਹੋਣਗੇ। ਤਾਂ ਇਹਨਾਂ ਦੀ ਨਿਯੁਕਤੀ ਦਾ ਤਰੀਕਾ ਕੀ ਹੈ, ਦੇਖੋ ਰਾਸ਼ਟਰਪਤੀ ਜੀ ਦੇ ਦੁਆਰਾ ਕੀ ਇਹਨਾਂ ਦੀ ਨਿਯੁਕਤੀ ਹੁੰਦੀ ਹੈ, ਪਰ ਦੇਖੋ ਕਿ ਇਹਨਾਂ ਦੀ ਅਪਾਇੰਟਮੈਂਟ ਕਰਦੇ ਸਮੇਂ ਵੀ ਕੀ ਹੈ, ਦੇਖੋ ਵੀ ਇਟਸੈਲਫ ਜੱਜਸ ਦੀ ਸਲਾਹ ਲਈ ਜਾਂਦੀ, ਠੀਕ ਹੈ। ਮਤਲਬ ਜੱਜ ਵੀ ਕੀ ਹੈ ਇਨਵੋਲਵ ਹੁੰਦੇ ਆ, ਇਹ ਨਹੀਂ ਹੈਗਾ ਕਿ ਇਕੱਲੀ ਸਰਕਾਰ ਦੀ ਮਰਜ਼ੀ ਤੇ ਹੀ ਕੀ ਆ ਕਿਸੇ ਵੀ ਜੱਜ ਨੂੰ ਨਿਯੁਕਤ ਕੀਤਾ ਜਾਵੇ, ਨਹੀਂ, ਸਗੋਂ ਇਹਨਾਂ ਦੀ ਅਪਾਇੰਟਮੈਂਟ ਸਮੇਂ ਜੱਜਸ ਦੀ ਖੁਦ ਵੀ ਸਲਾਹ ਜੱਜਾਂ ਦੀ ਨਾਲ ਲਈ ਜਾਂਦੀ ਹੈ, ਠੀਕ ਹੈ। ਬਾਕੀ ਕਾਰਜਕਾਲ ਦੀ ਸੁਰੱਖਿਆ ਆ, ਤੁਹਾਨੂੰ ਪਤਾ ਹੀ ਹੈ ਕਿ ਵੀ ਇਹਨਾਂ ਨੂੰ ਹਟਾਉਣਾ ਸੌਖਾ ਨਹੀਂ ਹੈਗਾ, ਪੂਰੀ ਇਹਨਾਂ ਕੋਲ ਸਿਕਿਉਰਿਟੀ ਹੁੰਦੀ ਹੈ, ਕਿਉਂਕਿ ਦੇਖੋ ਇਹਨਾਂ ਨੂੰ ਕਿਉਂਕਿ ਇੱਕ ਜੱਜ ਹੈ ਜਿਹਨੇ ਫੈਸਲਾ ਸੁਣਾਉਣਾ, ਫ੍ਰੀ ਮਾਈਂਡ ਹੋ ਕੇ ਸੁਣਾਉਣਾ, ਉਹਨੂੰ ਬਿਨਾਂ ਕਿਸੇ ਪ੍ਰੈਸ਼ਰ ਤੋਂ ਮਤਲਬ ਕੰਮ ਕਰਨ ਦੀ ਲੋੜ ਹੁੰਦੀ ਹੈ। ਤਾਂ ਇਹਨਾਂ ਦੇ ਕਾਰਜਕਾਲ ਦੀ ਸੁਰੱਖਿਆ ਹੁੰਦੀ ਹੈ। ਤੇ ਮੈਂ ਤੁਹਾਨੂੰ ਦੱਸਿਆ ਕਿ ਜੇ ਇਹਨਾਂ ਨੂੰ ਹਟਾਉਣਾ ਵੀ ਪਵੇ ਤਾਂ ਉਹ ਕਿੱਡਾ ਪ੍ਰੋਸੈਸ ਹੈ, ਠੀਕ ਹੈ ਜੀ। ਪਹਿਲਾਂ ਲੋਕ ਸਭਾ 'ਚ ਲੈ ਕੇ ਆਉਣਾ ਜਾਂ ਰਾਜ ਸਭਾ 'ਚ ਲੈ ਕੇ ਆਉਣਾ, ਤਾਂ ਕਿਵੇਂ ਕਿੰਨਿਆਂ ਦੇ ਸਾਈਨ ਕਰਕੇ ਫਿਰ ਮਤਾ ਪਾਸ ਕਰਨਾ, ਕਮੇਟੀ ਬੈਠਣੀ, ਤੋਂ ਇੱਕ ਜੱਜ ਨੂੰ ਹਟਾਉਣਾ ਵੀ ਕੀ ਹੈ ਸੌਖਾ ਨਹੀਂ ਹੈਗਾ, ਠੀਕ ਹੈ। ਬਾਕੀ ਇਹਨਾਂ ਦੀਆਂ ਜਿਹੜੀਆਂ ਸੇਵਾ ਦੀਆਂ ਸ਼ਰਤਾਂ ਉਹ ਪੱਕੀਆਂ ਆ, ਠੀਕ ਹੈ ਜੀ। ਮੰਨ ਲਓ ਜੋ ਇਹਨਾਂ ਦੀ ਤਨਖਾਹ ਰੱਖਤੀ ਹੈ, ਜੋ ਇਹਨਾਂ ਨੂੰ ਕੰਡੀਸ਼ਨਾਂ ਦੇਤੀਆਂ ਆ ਵੀ ਤੁਹਾਨੂੰ ਆਹ ਮਿਲੂਗਾ, ਸਹੂਲਤਾਂ ਮਿਲਣਗੀਆਂ, ਤਾਂ ਉਹਨਾਂ ਦੇ ਕਾਰਜਕਾਲ ਦੌਰਾਨ ਉਹਨਾਂ ਨੂੰ ਘਟਾਇਆ ਨਹੀਂ ਜਾ ਸਕਦਾ, ਠੀਕ ਹੈ ਜੀ। ਸਮਝ ਗਿਆ ਅੱਗੇ। ਉਸ ਤੋਂ ਬਾਅਦ ਇੱਕ ਇਹ ਇੰਪੋਰਟੈਂਟ ਫਰਕ ਜਿਹੜਾ ਤੁਸੀਂ ਯਾਦ ਰੱਖਣਾ ਆ, ਮੰਨ ਲਓ ਕਿ ਜਿਵੇਂ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਆਪਣੀ ਭਾਰਤ ਸਰਕਾਰ ਹੈ, ਠੀਕ ਹੈ ਜੀ, ਠੀਕ ਹੈ, ਗਵਰਨਮੈਂਟ ਆਫ ਇੰਡੀਆ, ਤਾਂ ਇਹਨਾਂ ਦਾ ਕੀ ਇੱਕ ਕੰਸੋਲੀਡੇਟਡ ਫੰਡ ਹੈ, ਠੀਕ ਹੈ ਜੀ, ਕੰਸੋਲੀਡੇਟਡ ਫੰਡ, ਜਿਹਦੇ ਵਿੱਚੋਂ ਕੀ ਹੈ ਇਹਨਾਂ ਦੀਆਂ ਤਨਖਾਹਾਂ ਜੱਜਸ ਵਗੈਰਾ ਦੀਆਂ ਜਾਂ ਹੋਰ ਸਰਕਾਰੀ ਜਿਹੜੇ ਜਿਵੇਂ ਰਾਸ਼ਟਰਪਤੀ ਹੋ ਗਏ, ਇਹਨਾਂ ਦੀਆਂ ਤਨਖਾਹਾਂ ਕੀ ਹੈ ਉੱਥੋਂ ਜਾਂਦੀਆਂ, ਠੀਕ ਹੈ ਜੀ। ਤਾਂ ਇੱਕ ਕੀ ਜੇ ਰਾਜ ਦੀ ਗੱਲ ਕਰਾਂ ਤਾਂ ਰਾਜ ਦਾ ਵੀ ਇੱਕ ਕੰਸੋਲੀਡੇਟਡ ਫੰਡ ਹੈ, ਠੀਕ ਹੈ ਜੀ। ਤਾਂ ਜਿਹੜੇ ਹਾਈ ਕੋਰਟ ਦੇ ਜੱਜ ਹੈ ਤਾਂ ਉਹਨਾਂ ਦਾ ਜਿਹੜੀ ਤਨਖਾਹਾਂ ਜਾਂ ਪੱਤੇ ਆ ਉਹ ਕੀ ਆ ਰਾਜ ਦੇ ਇਕੱਤਰਿਤ ਫੰਡ, ਮਤਲਬ ਕੰਸੋਲੀਡੇਟਡ ਫੰਡ ਆਫ ਸਟੇਟ ਦੇ ਵਿੱਚੋਂ ਜਾਂਦੇ ਆ ਤਨਖਾਹਾਂ ਤੇ ਪੱਤੇ। ਪਰ ਇੱਕ ਚੀਜ਼ ਯਾਦ ਰੱਖਣੀ, ਜਦੋਂ ਰਿਟਾਇਰ ਹੋ ਜਾਂਦੇ ਜੱਜ ਤਾਂ ਜਿਹੜੀਆਂ ਉਹਨਾਂ ਦੀਆਂ ਪੈਨਸ਼ਨਾਂ ਨਾ ਉਹ ਕੀ ਹੈ ਭਾਰਤ ਦੇ ਮਤਲਬ ਇੰਡੀਆ ਦੇ ਕੰਸੋਲੀਡੇਟਡ ਫੰਡ ਆਫ ਇੰਡੀਆ ਦੇ ਵਿੱਚੋਂ ਦਿੱਤੀਆਂ ਜਾਂਦੀਆਂ ਜਿਹੜੀਆਂ ਪੈਨਸ਼ਨਾਂ ਆ, ਠੀਕ ਹੈ। ਭਾਵੇਂ ਉਹ ਹਾਈ ਕੋਰਟ ਦਾ ਜੱਜ ਹੀ ਸੀਗਾ, ਜੱਜ ਭਾਵੇਂ ਉਹ ਹਾਈ ਕੋਰਟ ਦਾ ਹੀ ਸੀਗਾ, ਠੀਕ ਹੈ। ਮਤਲਬ ਜਿੰਨਾ ਚਿਰ ਤਾਂ ਉੱਥੇ ਉਹ ਸੇਵਾ ਦੇ ਰਹੇ ਆ, ਮੰਨ ਲਓ ਕਿ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਕੋਈ ਜੱਜ ਹੈ, ਉੱਥੇ ਉਹ ਕੀ ਹੈ ਮਤਲਬ ਸੇਵਾ ਦੇ ਰਹੇ, ਆਪਣੀ ਸਰਵਿਸ ਦੇ ਰਹੇ ਆ, ਠੀਕ ਹੈ, ਆਪਣੀ ਭੂਮਿਕਾ ਨਿਭਾ ਰਹੇ ਆ, ਤਾਂ ਉਹਨਾਂ ਚਿਰ ਜਿਹੜੀ ਤਨਖਾਹ ਹੈ ਉਹ ਤਾਂ ਰਾਜ ਦੇ ਕੀ ਹੈ ਫੰਡ ਦੇ ਵਿੱਚੋਂ ਜਾਊਗੀ, ਠੀਕ ਹੈ। ਪਰ ਜਦੋਂ ਇਹ ਜੱਜ ਰਿਟਾਇਰ ਹੋ ਜਾਊਗਾ ਤਾਂ ਉਦੋਂ ਬਾਅਦ ਜਿਹੜੀ ਤਨਖਾਹ ਪੈਨਸ਼ਨ ਹੈ, ਪੈਨਸ਼ਨ ਕੀ ਹੈ ਫਿਰ ਕੰਸੋਲੀਡੇਟਡ ਫੰਡ ਆਫ ਇੰਡੀਆ ਦੇ ਵਿੱਚੋਂ ਜਾਊਗੀ। ਇਹ ਫਰਕ ਤੁਸੀਂ ਯਾਦ ਰੱਖਣਾ ਬਸ, ਠੀਕ ਹੈ। ਹੋ ਸਕਦਾ ਇੰਨਾ ਡੀਪ ਨਾ ਜਾਵੇ, ਪਰ ਮੇਰਾ ਫਰਜ਼ ਹੀ ਤੁਹਾਨੂੰ ਮੈਂ ਦੱਸ ਦੇਵਾਂ, ਠੀਕ ਹੈ ਜੀ। ਬਾਕੀ ਦੇਖੋ ਸੇਮ ਚੀਜ਼ਾਂ ਉਹ ਚੀਜ਼ਾਂ ਜੱਜਾਂ ਦਾ ਜਿਹੜਾ ਆਚਰਣ ਹੈ, ਠੀਕ ਹੈ, ਉਹਦੇ ਤੇ ਵਿਚਾਰ ਨਹੀਂ ਕੀਤਾ ਜਾ ਸਕਦਾ। ਜੋ ਵੀ ਉਹਨਾਂ ਦਾ ਕੰਡਕਟ ਹੈ, ਜੋ ਉਹਨਾਂ ਨੇ ਫੈਸਲੇ ਸੁਣਾਏ, ਇਹ ਨਹੀਂ ਹੈਗਾ ਕਿ ਮਤਲਬ ਬਾਅਦ 'ਚ ਲੋਕ ਸਭਾ 'ਚ ਵੀ ਉਹਦੇ ਤੇ ਡਿਸਕਸ ਕਰੋ ਵੀ ਕਿਤੇ ਜੱਜ ਨੇ ਸਹੀ ਫੈਸਲਾ ਸੁਣਾਇਆ ਕਿ ਨਹੀਂ, ਠੀਕ ਹੈ। ਤੇ ਜੇ ਲੋਕ ਸਭਾ ਨੇ ਇਹ ਕੰਮ ਕਰਨਾ ਹੋਵੇ ਫਿਰ ਜੱਜਾਂ ਦਾ ਫਾਇਦਾ ਹੀ ਕੀ ਸੀ, ਠੀਕ ਹੈ। ਸੋ ਇਹਨਾਂ ਦਾ ਜੋ ਕੰਡਕਟ ਹੈ, ਜੋ ਇਹਨਾਂ ਨੇ ਫੈਸਲੇ ਸੁਣਾਏ ਆ, ਇਹ ਨਹੀਂ ਹੈਗਾ ਕਿ ਲੋਕ ਸਭਾ 'ਚ ਖੋਲ ਕੇ ਇਹਨਾਂ ਨੂੰ ਵੀ ਡਿਸਕਸ ਕਰਦੇ ਰਹੋ ਵੀ ਇਹ ਜੱਜ ਨੇ ਸਹੀ ਸੁਣਾਇਆ ਕਿ ਗਲਤ ਸੁਣਾਇਆ, ਠੀਕ ਹੈ ਜੀ। ਬਾਕੀ ਦੇਖੋ ਜਦੋਂ ਵੀ ਰਿਟਾਇਰ ਹੋ ਜਾਂਦੇ ਆ ਜੱਜ ਤੇ ਉਹਨਾਂ ਨੂੰ ਕੀ ਹੈ ਆਪਣੀ ਮਨਾਹੀ ਹੁੰਦੀ ਹੈ ਵੀ ਆਪਣੇ ਹੋਰ ਕਿਸੇ ਵੀ ਸਰਵਿਸ ਦੇ ਵਿੱਚ ਉਹ ਨਹੀਂ ਜਾਣਗੇ, ਠੀਕ ਹੈ, ਕਿਉਂਕਿ ਇਹਨਾਂ ਨੂੰ ਇੰਡੀਪੈਂਡੈਂਟ ਹੋਣਾ ਬੜਾ ਜ਼ਰੂਰੀ ਹੈ। ਮੰਨ ਲਓ ਕਿ ਕੋਈ ਜੱਜ ਹੈ, ਠੀਕ ਹੈ, ਉਹਦੇ ਕੋਲ ਕੋਈ ਫੈਸਲਾ ਆ ਤੇ ਕੋਈ ਇਨਡਾਇਰੈਕਟ ਤਰੀਕੇ ਨਾਲ ਕਹੇ ਕਿ ਕੋਈ ਨਹੀਂ ਰਿਟਾਇਰ ਹੋਣ ਤੋਂ ਬਾਅਦ ਤੈਨੂੰ ਇੱਧਰ ਆਪਾਂ ਕੰਪਨੀ ਦੇ ਵਿੱਚ CEO ਲਾ ਦਾਂਗੇ, ਵਧੀਆ ਤੈਨੂੰ ਸੈਲਰੀ ਦੇ ਦਾਂਗੇ, ਤਾਂ ਇਹਨਾਂ ਦੀ ਇੱਕ ਹਿਸਾਬ ਦੀ ਖਤਮ ਹੋ ਜਾਂਦੀ, ਕਿਉਂਕਿ
ਵੀ ਨਾ ਇਹਨਾਂ ਨੂੰ ਕੋਈ ਲਾਲਚ ਰਹਿ ਜਾਂਦਾ ਕਿ ਸਾਨੂੰ ਕੀ ਹੈ ਹੋਰ ਕਿਤੇ ਕੰਮ ਮਿਲ ਜੂਗਾ, ਹਨਾ ਵੀ ਕਿਉਂਕਿ ਹਰੇਕ ਨੂੰ ਹੁੰਦਾ ਹੀ ਆ ਵੀ ਚਲੋ ਰਿਟਾਇਰ ਹੋਣ ਤੋਂ ਬਾਅਦ ਕਿਤੇ ਦਾ ਕੰਮ ਮਿਲੇ, ਹਨਾ ਫਿਰ ਤਾਂ ਇਹਨਾਂ ਦੇ ਉਹ ਚੀਜ਼ ਖਤਮ ਹੋ ਜਾਂਦੀ। ਤਾਂ ਸੰਵਿਧਾਨਿਕ ਤੌਰ ਤੇ ਇਹਨਾਂ ਦੀ ਮਨਾਹੀ ਹੈ, ਠੀਕ ਹੈ, ਵੀ ਇਹ ਕਿਤੇ ਹੋਰ ਕੰਮ ਨਹੀਂ ਕਰ ਸਕਦੇ। ਹਾਂ ਰਿਟਾਇਰ ਜੱਜ ਨੂੰ ਕੀ ਹੈ ਫਿਰ ਸੁਪਰੀਮ ਕੋਰਟ ਜਾਂ ਹਾਈ ਕੋਰਟ ਦੇ ਵਿੱਚ ਕੀ ਹੈ ਬੁਲਾਇਆ ਜਾ ਸਕਦਾ, ਕਿਉਂਕਿ ਮੈਂ ਤੁਹਾਨੂੰ ਦੱਸਿਆ ਕਿ ਜਿਹੜਾ ਐਕਸਪੀਰੀਅੰਸ ਜੱਜ ਉਹ ਸਹੀ ਫੈਸਲਾ ਲੈ ਸਕਦਾ, ਠੀਕ ਹੈ, ਪਰ ਹੋਰ ਕਿਸੇ ਖੇਤਰ ਦੇ ਵਿੱਚ ਕੰਮ ਨਹੀਂ ਕਰ ਸਕਦੇ, ਠੀਕ ਹੈ ਜੀ। ਬਾਕੀ ਕੀ ਹੈ ਦੇਖੋ ਜੀ, ਕੋਈ ਵੀ ਮਤਲਬ ਆਪਣਾ ਕੋਈ ਫੈਸਲਾ ਦਿੱਤਾ ਜਾਂਦਾ ਸੁਪਰੀਮ ਕੋਰਟ ਦੇ ਦੁਆਰਾ ਜਾਂ ਮਤਲਬ ਹਾਈ ਕੋਰਟ ਦੇ ਦੁਆਰਾ, ਤੇ ਜੇਕਰ ਕੋਈ ਇਹਨਾਂ ਦੇ ਫੈਸਲਿਆਂ ਦਾ ਅਪਮਾਨ ਕਰਦਾ ਹੈ, ਠੀਕ ਹੈ ਜੀ, ਖੁੱਲ ਕੇ ਮਤਲਬ ਐਂ ਕਹੀ ਜਾਂਦਾ ਵੀ ਇਹਨਾਂ ਨੇ ਫੈਸਲਾ ਸਹੀ ਨਹੀਂ ਸੁਣਾਇਆ, ਠੀਕ ਹੈ ਜੀ, ਤੇ ਜਾਂ ਗੱਲ ਮੈਂ ਇਹ ਕਹਾਂ, ਜੇ ਮੈਂ ਇਹ ਗੱਲ ਕਹਾਂ ਕਿ ਮਤਲਬ ਸੁਪਰੀਮ ਕੋਰਟ ਨੇ ਇਦਾਂ ਕਰਤਾ, ਐ ਨਹੀਂ ਕਰਨਾ ਚਾਹੀਦਾ, ਠੀਕ ਹੈ, ਜਾਂ ਜੱਜਸ ਤੇ ਉਂਗਲੀ ਕੋਈ ਚੱਕੇ, ਤਾਂ ਉਹਨਾਂ ਕੋਲ ਇੱਕ ਸ਼ਕਤੀ ਹੈ ਕਿ ਉਹ ਕੀ ਹੈ ਆਪਣਾ ਕੰਟੈਂਪਟ ਦੀ ਮਤਲਬ ਉਹਨਾਂ ਨੂੰ ਸਜ਼ਾ ਦੇ ਸਕਦੇ ਆ, ਠੀਕ ਹੈ ਜੀ, ਕਿਸੇ ਵੀ ਬੰਦੇ ਨੂੰ, ਠੀਕ ਹੈ ਜੀ। ਬਹੁਤ ਸਾਰੇ ਕੇਸ ਆਉਂਦੇ ਹੀ ਰਹਿੰਦੇ ਅਕਸਰ, ਠੀਕ ਹੈ ਜੀ। ਬਾਕੀ ਦੇਖੋ ਇਹ ਆਪਣਾ ਜਿਹੜਾ ਸਟਾਫ ਆਜ਼ਾਦੀ ਹੈ, ਜਿਵੇਂ ਮਰਜ਼ੀ ਕੀ ਹੈ ਨਿਯੁਕਤ ਕਰ ਸਕਦੇ, ਠੀਕ ਹੈ ਜੀ। ਬਾਕੀ ਇਹਨਾਂ ਦਾ ਜਿਹੜਾ ਅਧਿਕਾਰ ਖੇਤਰ ਹੈ ਉਹ ਘਟਾਇਆ ਨਹੀਂ ਜਾ ਸਕਦਾ, ਠੀਕ ਹੈ ਜੀ, ਵਧਾਇਆ ਜਾ ਸਕਦਾ, ਠੀਕ ਹੈ ਜੀ। ਮੰਨ ਲਓ ਕਿ ਜੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਆ, ਠੀਕ ਹੈ ਜੀ, ਤਾਂ ਇਹਦਾ ਪੰਜਾਬ ਤੇ ਕੀ ਹੈ ਹਰਿਆਣਾ ਤੇ ਕੀ ਹੈ ਇਹਨਾਂ ਦਾ ਅਧਿਕਾਰ ਹੈ, ਠੀਕ ਹੈ ਜੀ। ਤੇ ਇਹ ਨਹੀਂ ਹੈਗਾ ਵੀ ਹੁਣ ਘਟਾ ਦਿੱਤਾ ਜਾਊਗਾ, ਨਹੀਂ, ਸਗੋਂ ਹੋਰ ਕੀ ਹੈ ਹੋਰ ਏਰੀਆ ਨੂੰ ਵੀ ਕੀ ਹੈ ਸ਼ਾਮਲ ਕੀਤਾ ਜਾ ਸਕਦਾ। ਸੋ ਬੇਸਿਕਲੀ ਕਿ ਮੈਂ ਤੁਹਾਨੂੰ ਦੱਸ ਦਿੰਦਾ, ਪੰਜਾਬ ਜਿਹੜੀ ਹਰਿਆਣਾ ਹਾਈ ਕੋਰਟ ਹੈ ਇਹਦੇ ਵਿੱਚ 3 ਆ ਜਾਂਦੇ, ਆਪਣਾ ਚੰਡੀਗੜ੍ਹ ਵੀ ਆ ਜਾਂਦਾ ਵਾ, ਠੀਕ ਹੈ, ਪੰਜਾਬ ਤੇ ਹਰਿਆਣਾ ਤਾਂ ਹੈ ਹੀ ਹੈ, ਠੀਕ ਹੈ ਜੀ। ਇਹ 3 ਖੇਤਰ ਕਿਉਂਕਿ ਲਾਸਟ ਤੇ ਆਪਾਂ ਦੇਖਾਂਗੇ, ਠੀਕ ਹੈ ਜੀ। ਉਸ ਤੋਂ ਬਾਅਦ ਇਹਨਾਂ ਜੇ ਮੈਂ ਗੱਲ ਕਰਾਂ ਇਹਨਾਂ ਦੀਆਂ ਸ਼ਕਤੀਆਂ ਤੇ ਅਧਿਕਾਰ ਖੇਤਰ ਦੀ, ਠੀਕ ਹੈ ਜੀ। ਸੋ ਸਭ ਤੋਂ ਪਹਿਲਾਂ ਆਉਂਦਾ ਹੈ ਜੀ, ਜਿਵੇਂ ਮੈਂ ਡਿਸਕਸ ਕੀਤਾ ਸੀ ਸੁਪਰੀਮ ਕੋਰਟ ਦੇ ਕਿਹੜੇ ਅਧਿਕਾਰ ਤੇ ਸ਼ਕਤੀਆਂ ਹੈ, ਠੀਕ ਹੈ ਜੀ। ਸਭ ਤੋਂ ਪਹਿਲਾਂ ਕੀ ਹੈ ਦੇਖੋ ਜੀ, ਅਸਲ ਅਧਿਕਾਰ ਖੇਤਰ। ਅਸਲ ਅਧਿਕਾਰ ਖੇਤਰ ਦਾ ਮਤਲਬ ਪਤਾ ਕੀ ਹੈ, ਦੇਖੋ ਜੀ, ਅਸਲ ਅਧਿਕਾਰ ਖੇਤਰ ਦਾ ਮਤਲਬ ਇਹ ਹੈ ਕਿ ਵੀ ਉਹ ਹਾਈ ਕੋਰਟ ਹੈ ਤੇ ਮਤਲਬ ਇਹ ਹਾਈ ਕੋਰਟ ਹੀ ਇਹਦਾ ਮਤਲਬ ਫੈਸਲਾ ਕੀ ਹੈ ਪਹਿਲ ਦੇ ਆਧਾਰ ਤੇ ਸੁਣੂਗੀ। ਪਹਿਲ ਦੇ ਆਧਾਰ ਤੇ ਮਤਲਬ ਕੀ ਹੈ ਵੀ ਇਹਦੇ ਓਰੀਜਨਲ ਜੁਰਿਡਿਕਸ਼ਨ ਦੇ ਵਿੱਚ ਹੀ ਆਉਂਦਾ ਆ, ਠੀਕ ਹੈ, ਵੀ ਇਹਦੇ ਤੋਂ ਬਿਨਾਂ ਕੋਈ ਇਹ ਮਤਲਬ ਹੋਰ ਫੈਸਲਾ ਇਹ ਮਤਲਬ ਕਰ ਨਹੀਂ ਸਕਦਾ, ਠੀਕ ਹੈ ਜੀ। ਮਤਲਬ ਜੇ ਮੈਂ ਤੁਹਾਨੂੰ ਕਿਵੇਂ ਸਮਝਾਵਾਂ, ਸੁਪਰੀਮ ਕੋਰਟ ਦੇ ਵਿੱਚ ਮੈਂ ਤੁਹਾਨੂੰ ਕੀ ਕਿਹਾ ਸੀਗਾ ਵੀ ਉਹਦੇ ਓਰੀਜਨਲ ਜੁਰਿਡਿਕਸ਼ਨ ਦੇ ਵਿੱਚ ਕੀ ਸੀਗਾ, ਅਸਲ ਅਧਿਕਾਰ ਦੇ ਖੇਤਰ ਵਿੱਚ ਕੀ ਸੀਗਾ, ਜੇਕਰ ਮਤਲਬ ਕੇਂਦਰ ਸਰਕਾਰ ਤੇ ਰਾਜ ਸਰਕਾਰ ਦੇ ਵਿੱਚ ਝੜਪ ਹੋ ਜੇ, ਠੀਕ ਹੈ, ਤਾਂ ਇਹ ਓਰੀਜਨਲ ਜੁਰਿਡਿਕਸ਼ਨ ਹੈ, ਇਹਦਾ ਅਸਲ ਅਧਿਕਾਰ ਖੇਤਰ ਹੈ ਕਿ ਇਸ ਦੇ ਮਾਮਲੇ ਪ੍ਰਤੀ ਸਿਰਫ ਸੁਪਰੀਮ ਕੋਰਟ ਹੀ ਕੀ ਹੈ ਪਹਿਲ ਦੇ ਆਧਾਰ ਤੇ ਕੀ ਹੈ ਸੁਣਵਾਈ ਕਰੇਗੀ, ਠੀਕ ਹੈ ਜੀ। ਮਤਲਬ ਪਹਿਲ ਦੇ ਆਧਾਰ ਤੇ ਮਤਲਬ ਇਹ ਨਹੀਂ ਹੈਗਾ ਕਿ ਵੇ ਆਫ ਅਪੀਲ, ਇਹ ਨਹੀਂ ਕਿ ਜਦੋਂ ਮਤਲਬ ਪਹਿਲਾਂ ਹਾਈ ਕੋਰਟ ਦੇਖ ਲੂਗੀ ਫਿਰ ਸੁਪਰੀਮ ਕੋਰਟ ਦੇ ਵਿੱਚ ਅਪੀਲ ਪਾਵਾਂਗੇ ਤਾਂ ਫਿਰ ਉਹ ਸੁਣੂਗੀ, ਨਹੀਂ, ਪਹਿਲ ਦੇ ਆਧਾਰ ਤੇ ਹੀ ਕੀ ਆ ਉਸ ਕੇਸ ਨੂੰ ਸੁਣੇਗੀ। ਸੋ ਇਹ ਹੁੰਦਾ ਹੈ ਜੀ ਓਰੀਜਨਲ ਜੁਰਿਡਿਕਸ਼ਨ, ਅਸਲ ਅਧਿਕਾਰ ਖੇਤਰ, ਠੀਕ ਹੈ ਜੀ। ਤਾਂ ਇਹਦੇ ਵਿੱਚ ਆਪਣਾ ਹਾਈ ਕੋਰਟ ਦੇ ਵਿੱਚ ਕਿਹੜੇ ਆ ਜਾਂਦੇ, ਜਿਵੇਂ ਆਪਣਾ ਵਸੀਅਤ ਦੇ ਰਿਲੇਟਡ, ਵਿਆਹ, ਤਲਾਕ, ਹੋਰ ਕੰਪਨੀਆਂ ਦੇ ਕਾਨੂੰਨ, ਠੀਕ ਹੈ ਜੀ। ਤੇ ਜਾਂ ਕੀ ਜੇਕਰ ਕਿਸੇ ਨੇ ਅਦਾਲਤ ਦਾ ਅਪਮਾਨ ਕੀਤਾ ਤਾਂ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਕੀ ਹੈ ਹਾਈ ਕੋਰਟ ਸੁਣਦੀ ਹੈ। ਜਾਂ ਸੰਸਦ ਤੇ ਰਾਜ ਵਿਧਾਨ ਸਭਾਵਾਂ ਦੇ ਮੈਂਬਰਾਂ ਦੀਆਂ ਚੋਣ ਦੇ ਨਾਲ ਸੰਬੰਧਿਤ ਵਿਵਾਦ ਹੋਵੇ, ਉਹ ਵੀ ਕੀ ਹੈ ਆਪਣੇ ਪਹਿਲ ਦੇ ਆਧਾਰ ਤੇ ਸੁਣਿਆ ਜਾਂਦਾ। ਜਾਂ ਰੈਵਨਿਊ, ਠੀਕ ਹੈ ਜੀ, ਮਾਮਲਿਆਂ ਦੇ ਸੰਬੰਧਿਤ ਕੁਝ ਹੋਰ ਜਿਹੜੇ, ਜੇਕਰ ਮੈਂ ਬੁਨਿਆਦੀ ਅਧਿਕਾਰਾਂ ਦੀ ਗੱਲ ਕਰਾਂ, ਫੰਡਾਮੈਂਟਲ ਰਾਈਟਸ ਦੀ ਗੱਲ ਕਰਾਂ ਤਾਂ ਇਹ ਪਹਿਲ ਦੇ ਆਧਾਰ ਤੇ ਕੀ ਹੈ ਆਪਣੀਆਂ ਹਾਈ ਕੋਰਟ ਕੀ ਹੈ ਸੁਣਦੀ ਇਹਨਾਂ ਦੇ ਮਤਲਬ ਕੇਸਾਂ ਨੂੰ, ਠੀਕ ਹੈ। ਜਾਂ ਬਾਕੀ ਮਤਲਬ ਜੇਕਰ ਕੋਈ ਉਦੋਂ ਨਿਚਲੀ ਅਦਾਲਤ ਨੇ ਫੈਸਲਾ ਸੁਣਾਇਆ ਆ, ਡਿਸਟ੍ਰਿਕਟ ਕੋਰਟ ਨੇ ਕੋਈ ਫੈਸਲਾ ਸੁਣਾਇਆ ਆ, ਠੀਕ ਹੈ, ਤਾਂ ਉਹਨਾਂ ਦੀ ਵਿਆਖਿਆ ਦੇ ਲਈ ਵੀ ਕੀ ਉਹ ਪਹਿਲ ਦੇ ਆਧਾਰ ਤੇ ਕੀ ਆ ਸੁਣਦੀ ਹੈ, ਠੀਕ ਹੈ ਜੀ। ਉਸ ਤੋਂ ਬਾਅਦ ਜੇ ਮੈਂ ਗੱਲ ਕਰਾਂ ਰਿਟ, ਠੀਕ ਹੈ ਜੀ, ਬਹੁਤ ਇੰਪੋਰਟੈਂਟ ਹੈ ਕਿ ਜਿਹੜਾ ਰਿਟ ਹੈ, ਦੇਖੋ ਸੁਪਰੀਮ ਕੋਰਟ ਵੀ ਰਿਟ ਜਾਰੀ ਕਰਦੀ ਹੈ, ਠੀਕ ਹੈ ਜੀ। ਇਹ ਵਾਲਾ ਲਿੰਕ ਕਰਕੇ ਤੁਸੀਂ ਪੜ੍ਹਨਾ ਹੈ ਆਪਣਾ ਫੰਡਾਮੈਂਟਲ ਰਾਈਟ, ਉੱਥੇ ਮੈਂ ਚੰਗੀ ਤਰ੍ਹਾਂ ਐਕਸਪਲੇਨ ਕੀਤਾ। ਸੁਪਰੀਮ ਕੋਰਟ ਆਰਟੀਕਲ 32 ਦੇ ਤਹਿਤ ਕੀ ਹੈ ਮੌਲਿਕ ਅਧਿਕਾਰਾਂ ਲਈ ਰਿਟ ਜਾਰੀ ਕਰਦੀ ਜੇ ਇਹ ਕੁਐਸਚਨ ਬਣਦਾ ਆ, ਤੇ ਹਾਈ ਕੋਰਟ ਕੀ ਹੈ ਆਰਟੀਕਲ 226 ਦੇ ਤਹਿਤ ਕੀ ਆਪਣੀ ਰਿਟ ਜਾਰੀ ਕਰਦੀ, ਠੀਕ ਹੈ। ਤੇ ਉਹ 5 ਰਿਟ ਵੀ ਜਿਹੜੀਆਂ ਮੈਂ ਇੱਥੇ ਐਕਸਪਲੇਨ ਨਹੀਂ ਕਰਾਂਗਾ, ਉੱਥੇ ਕੀ ਹੈ ਜਿਹੜੀ ਫੰਡਾਮੈਂਟਲ ਰਾਈਟ ਵਾਲੇ ਚੈਪਟਰ 'ਚ ਮੈਂ ਬੜੇ ਅੱਛੇ ਢੰਗ ਨਾਲ ਤੁਹਾਨੂੰ ਕਵਰ ਕਰਵਾਈਆਂ, ਠੀਕ ਹੈ ਜੀ। ਉੱਥੋਂ ਕਿਉਂਕਿ ਕੁਐਸਚਨ ਬੰਨੇ ਹੀ ਬੰਨੇ ਆ, ਠੀਕ ਹੈ, 100% ਉੱਥੋਂ ਕੁਐਸਚਨ ਆਉਣਾ ਹੀ ਆਉਣਾ, ਠੀਕ ਹੈ ਜੀ। ਤਾਂ ਇਹ ਰਿਟ ਵੀ ਜਾਰੀ ਕਰ ਸਕਦੇ, ਠੀਕ ਹੈ ਜੀ, ਇਹਨਾਂ ਦਾ ਰਿਟ ਅਧਿਕਾਰ ਖੇਤਰ ਹੈ। ਪਰ ਇੱਕ ਚੀਜ਼ ਤੁਸੀਂ ਧਿਆਨ 'ਚ ਰੱਖਣੀ ਹੈ, ਜਿਹੜਾ ਸੁਪਰੀਮ ਕੋਰਟ ਹੈ ਨਾ ਉਹ ਕੇਵਲ ਕੀ ਹੈ ਮੌਲਿਕ ਅਧਿਕਾਰਾਂ ਲਈ ਰਿਟ ਜਾਰੀ ਕਰ ਸਕਦਾ, ਠੀਕ ਹੈ ਜੀ, ਮੌਲਿਕ ਅਧਿਕਾਰਾਂ ਲਈ, ਸਿਰਫ ਮੌਲਿਕ ਅਧਿਕਾਰਾਂ ਲਈ। ਪਰ ਜਿਹੜਾ ਹਾਈ ਕੋਰਟ ਹੈ ਉਹ ਮੌਲਿਕ ਅਧਿਕਾਰਾਂ ਲਈ ਤਾਂ ਕਰ ਹੀ ਸਕਦਾ ਆ,
ਪਰ ਉਹ ਜਿਹੜੇ ਹੋਰ ਵੀ ਕਈ ਮਾਮਲੇ ਆ, ਠੀਕ ਹੈ, ਜਿਹੜੇ ਹੋਰ ਕਾਨੂੰਨੀ ਤੌਰ ਤੇ ਮਾਮਲੇ, ਉਹਨਾਂ ਦੇ ਵਿਰੁੱਧ ਵੀ ਕੀ ਹੈ, ਰਿਟ ਜਾਰੀ ਕਰ ਸਕਦਾ, ਠੀਕ ਹੈ। ਸੋ ਇਹ ਪਾਵਰ ਸਿਰਫ ਹਾਈ ਕੋਰਟ ਕੋਲ ਆ, ਸੁਪਰੀਮ ਕੋਰਟ ਕੋਲ ਇਹ ਪਾਵਰ ਨਹੀਂ ਹੈਗੀ, ਠੀਕ ਹੈ ਜੀ। ਮਤਲਬ ਸੁਪਰੀਮ ਕੋਰਟ ਇਕੱਲੇ ਮੌਲਿਕ ਅਧਿਕਾਰਾਂ ਲਈ ਰਿਟ ਜਾਰੀ ਕਰ ਸਕਦਾ, ਹਾਈ ਕੋਰਟ ਮੌਲਿਕ ਅਧਿਕਾਰਾਂ ਲਈ ਤਾਂ ਕਰ ਹੀ ਸਕਦਾ, ਪਰ ਹੋਰ ਮਾਮਲਿਆਂ ਦੇ ਲਈ ਵੀ, ਮਤਲਬ ਜਿਹੜੇ ਮੌਲਿਕ ਅਧਿਕਾਰਾਂ ਤੋਂ ਬਿਨਾਂ ਵੀ ਕੋਈ ਮਾਮਲੇ ਆ ਕਾਨੂੰਨੀ, ਉਹਨਾਂ ਦੇ ਪ੍ਰਤੀ ਵੀ ਰਿਟ ਜਾਰੀ ਕਰ ਸਕਦਾ, ਠੀਕ ਹੈ ਜੀ। ਬਾਕੀ ਅਪੀਲ ਦਾ ਅਧਿਕਾਰ ਖੇਤਰ ਇਹ ਹੈ ਕਿ ਮੰਨ ਲਓ ਕੋਈ ਡਿਸਟ੍ਰਿਕਟ ਕੋਰਟ ਹੈ, ਸਿਵਲ ਕੋਰਟ ਜਾਂ ਅਪਰਾਧੀ ਮਾਮਲਿਆਂ ਦੇ ਵਿੱਚ ਕੀ ਹੈ, ਜਿਹੜੀਆਂ ਨਿਚਲੀਆਂ ਅਦਾਲਤਾਂ ਦੇ ਫੈਸਲਿਆਂ ਦੇ ਵਿਰੁੱਧ ਕੀ ਹੈ, ਅਪੀਲ ਕੀਤੀ ਜਾ ਸਕਦੀ ਹੈ ਹਾਈ ਕੋਰਟ ਦੇ ਵਿੱਚ, ਠੀਕ ਹੈ ਜੀ। ਮੰਨ ਲਓ ਡਿਸਟ੍ਰਿਕਟ ਕੋਰਟ ਨੇ ਕੋਈ ਫੈਸਲਾ ਸੁਣਾਇਆ, ਠੀਕ ਹੈ ਆਪਣਾ, ਤੇ ਉਹ ਫੈਸਲੇ ਨੂੰ ਕੀ ਆ, ਆਪਾਂ ਅਪੀਲ ਕੀ ਆ ਹਾਈ ਕੋਰਟ ਦੇ ਵਿੱਚ ਕਰ ਸਕਦੇ। ਮੰਨ ਲਓ ਕਿ ਜੇਕਰ ਡਿਸਟ੍ਰਿਕਟ ਕੋਰਟ ਨੇ ਮੌਤ ਦੀ ਸਜ਼ਾ ਸੁਣਾਤੀ ਹੈ ਤਾਂ ਉਸ ਚੀਜ਼ ਨੂੰ ਕੀ ਆ, ਆਪਾਂ ਹਾਈ ਕੋਰਟ ਦੇ ਵਿੱਚ ਵੇ ਆਫ ਅਪੀਲ ਦੇ ਨਾਲ ਕੀ ਆ, ਲਿਜਾ ਸਕਦੇ। ਬਾਕੀ ਦੇਖੋ ਨਿਗਰਾਨੀ ਖੇਤਰ ਇਹ ਕਿ ਜਿਹੜੀਆਂ ਮਤਲਬ ਆਪਣਾ ਜਿਵੇਂ ਹਾਈ ਕੋਰਟ ਆ, ਹਨਾ, ਪੰਜਾਬ ਐਂਡ ਹਰਿਆਣਾ ਹਾਈ ਕੋਰਟ, ਤਾਂ ਜਿੰਨੀਆਂ ਵੀ ਜ਼ਿਲ੍ਹਾ ਅਦਾਲਤਾਂ ਆ ਤਾਂ ਉਹਨਾਂ ਦੀ ਕੀ ਹੈ, ਨਿਗਰਾਨੀ ਵੀ ਹਾਈ ਕੋਰਟ ਕਰਦਾ ਹੈ, ਠੀਕ ਹੈ। ਉਹਨਾਂ ਦੀ ਨਿਗਰਾਨੀ ਰੱਖਦਾ ਆ, ਸਾਰਾ ਕੁਝ ਉਹਨਾਂ ਦੇ ਵਿਰੁੱਧ ਫੈਸਲਿਆਂ ਨੂੰ ਦੇਖਦਾ ਆ, ਠੀਕ ਹੈ, ਵੀ ਇਹਨਾਂ ਨੇ ਫੈਸਲੇ ਸਹੀ ਸੁਣਾਏ ਆ, ਠੀਕ ਹੈ ਜੀ, ਉਸ ਤਰੀਕੇ ਨਾਲ। ਬਾਕੀ ਕੋਰਟ ਆਫ ਰਿਕਾਰਡ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਮੰਨ ਲਓ ਕਿ ਕਿਸੇ ਕੋਰਟ ਨੇ ਜੇ ਕੋਈ ਫੈਸਲਾ ਸੁਣਾਤਾ ਤਾਂ ਉਹ ਇੱਕ ਰਿਕਾਰਡ ਬਣ ਜਾਂਦਾ ਵੀ ਅੱਗੇ ਕੋਈ ਉਹੋ ਜਿਹਾ ਫੈਸਲਾ ਆਉਂਦਾ ਆ ਤਾਂ ਉਸ ਤਰੀਕੇ ਦੇ ਨਾਲ ਕੀ ਆ, ਅਗਲੇ ਕੇਸ ਨੂੰ ਕੀ ਹੈ, ਅਗਲੇ ਕੇਸ ਦੀ ਸੁਣਵਾਈ ਕੀਤੀ ਜਾਂਦੀ। ਮੰਨ ਲਓ ਕਿ ਕੋਈ ਕੇਸ ਆਇਆ ਹੈ ਨਾ, ਵੀ ਉਹਦੇ 'ਚ ਮਤਲਬ ਕੋਈ ਜੱਜਮੈਂਟ ਦੇ ਦਿੱਤੀ ਹੈ, ਠੀਕ ਹੈ, ਕੋਈ ਵੀ ਜੱਜਮੈਂਟ ਆਪਣੀ ਸੁਪਰੀਮ ਕੋਰਟ ਨੇ ਜਾਂ ਹਾਈ ਕੋਰਟ ਨੇ ਦੇ ਦਿੱਤੀ ਹੈ, ਜੇਕਰ ਸੇਮ ਕੇਸ ਸਾਹਮਣੇ ਆਉਂਦਾ ਆ, ਠੀਕ ਹੈ ਜੀ, ਤਾਂ ਉਹਨੂੰ ਕੀ ਹੈ, ਜਿਹੜਾ ਪਿਛਲਾ ਕੇਸ ਆ ਉਹਨੂੰ ਐਜ਼ ਅ ਰਿਕਾਰਡ ਮੰਨਿਆ ਜਾਏਗਾ ਤੇ ਉਸ ਫੈਸਲੇ ਦੇ ਅਕੋਰਡਿੰਗ ਹੀ ਕੀ ਹੈ, ਅਗਲੇ ਜਿਹੜੇ ਕੀ ਹੈ ਕੇਸਾਂ ਦੀ ਸੁਣਵਾਈ ਕੀਤੀ ਜਾਊਗੀ, ਠੀਕ ਹੈ ਜੀ। ਸੋ ਇਹਨੂੰ ਕਹਿੰਦੇ ਜੀ ਕੋਰਟ ਆਫ ਰਿਕਾਰਡ। ਸੋ ਇੱਕ ਕੀ ਹੈ, ਇੱਕ ਕੋਡ ਆਫ ਰਿਕਾਰਡ ਬਣ ਜਾਂਦਾ ਹੈ ਵੀ ਇਹਨਾਂ ਦੇ ਹੁਕਮ ਜੋ ਦੱਸਦੇ ਆ ਉਹਨਾਂ ਦੀ ਕੀ ਹੈ ਪਾਲਣਾ ਕਰਨੀ ਪਵੇਗੀ। ਬਾਕੀ ਜੇਕਰ ਕੋਈ ਇਹਨਾਂ ਦੇ ਹੁਕਮਾਂ ਦੀ ਉਲੰਘਣਾ ਵੀ ਕਰਦਾ ਤਾਂ ਇਹਨਾਂ ਨੂੰ ਕੀ ਹੈ, ਮਤਲਬ ਸਜ਼ਾ ਕੀ ਹੈ ਮਿਲ ਸਕਦੀ ਹੈ। ਬਾਕੀ ਪਾਵਰ ਆਫ ਜੁਡੀਸ਼ੀਅਲ ਰਿਵਿਊ ਮੈਂ ਤੁਹਾਨੂੰ ਦੱਸ ਦਿੱਤਾ ਸੀਗਾ ਵੀ ਕੀ ਹੁੰਦਾ। ਮੰਨ ਲਓ ਕਿ ਕੋਈ ਵੀ ਕੀ ਹੈ ਸੰਸਦ ਦੇ ਦੁਆਰਾ ਆਪਣਾ, ਠੀਕ ਹੈ, ਜਾਂ ਰਾਜਾਂ ਦੀਆਂ ਵਿਧਾਨ ਸਭਾਵਾਂ ਦੁਆਰਾ ਜਾਂ ਕੋਈ ਸਰਕਾਰ ਦੇ ਦੁਆਰਾ ਕੋਈ ਆਰਡਰ ਜਾਰੀ ਕੀਤਾ ਜਾਂਦਾ ਤੇ ਜੇਕਰ ਉਹ ਸੰਵਿਧਾਨ ਦੀ ਉਲੰਘਣਾ ਕਰਦਾ ਤਾਂ ਉਹਦੀ ਜਾਂਚ ਕਰਨਗੇ ਤੇ ਉਸ ਕੀ ਹੈ ਕਾਨੂੰਨ ਨੂੰ ਕੀ ਹੈ ਇਹ ਰੱਦ ਕਰ ਸਕਦੇ। ਇਹਨੂੰ ਵੀ ਕਹਿੰਦੇ ਜੁਡੀਸ਼ੀਅਲ ਰਿਵਿਊ। ਮਤਲਬ ਕਿ ਰਿਵਿਊ ਮਤਲਬ ਰਿਵਿਊ ਕਰਨਾ, ਭਾਈ ਵੀ ਇਹ ਜਿਹੜਾ ਕਾਨੂੰਨ ਬਣਾਇਆ ਆ ਉਹ ਕੀ ਹੈ ਸਹੀ ਹੈ ਜਾਂ ਨਹੀਂ, ਠੀਕ ਹੈ ਜੀ। ਸੋ ਇਹਨਾਂ ਚੀਜ਼ਾਂ ਨੂੰ ਕੀ ਹੈ ਤੁਸੀਂ ਧਿਆਨ ਦੇ ਵਿੱਚ ਰੱਖਣਾ ਆ, ਠੀਕ ਹੈ ਜੀ। ਉਸ ਤੋਂ ਬਾਅਦ ਦੇਖੋ ਆਹ ਵਾਲਾ ਮੈਂ ਜੇ ਗੱਲ ਕਰਾਂ, ਠੀਕ ਹੈ ਜੀ, ਜਿੰਨੀਆਂ ਆਪਣੀਆਂ ਹਾਈ ਕੋਰਟ ਆ ਤੇ ਉਹਨਾਂ ਦਾ ਜੂਰੀਡਿਕਸ਼ਨ ਹੈ, ਠੀਕ ਹੈ ਜੀ। ਮੈਂ ਜ਼ਿਆਦਾ ਨਹੀਂ ਤੁਹਾਨੂੰ ਦੱਸਾਂਗਾ, ਸਿਰਫ ਇਹਦੇ 'ਚ ਜਿਹੜਾ ਇੰਪੋਰਟੈਂਟ ਹੈ ਉਹ ਇਹ ਚੀਜ਼ ਤਾਂ ਆਪਾਂ ਦੇਖਾਂਗੇ। ਠੀਕ ਹੈ ਜੀ, ਹਾਂ, ਆਪਣੀ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਕਿੱਧਰ ਗਈ? ਹਾਂਜੀ, ਦੇਖੋ ਜੀ ਪੰਜਾਬ ਐਂਡ ਹਰਿਆਣਾ ਹਾਈ ਕੋਰਟ, ਠੀਕ ਹੈ ਜੀ, ਤੇ ਐਸਟੈਬਲਿਸ਼ਮੈਂਟ ਹੈਗੀ ਇਹਨਾਂ ਦੀ 1875 ਤੇ ਇਹ ਕੀ ਹੈ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਨੂੰ ਕੀ ਹੈ ਸਰਵ ਕਰਦੀ ਹੈ ਤੇ ਹੈ ਕਿੱਥੇ ਆਪਣੀ ਇਹ ਚੰਡੀਗੜ੍ਹ ਹੈਗੀ, ਠੀਕ ਹੈ ਜੀ। ਤੇ ਜਿਹੜੀ ਲੇਟੈਸਟ ਬਣੀ ਹੈ, ਠੀਕ ਹੈ ਜੀ, ਉਹ ਬਣੀ ਹੈ ਜੀ ਆਂਧਰਾ ਪ੍ਰਦੇਸ਼। ਪਹਿਲਾਂ 24 ਸੀਗੇ, 2019 ਚ ਬਣੀ ਹੈ ਆਂਧਰਾ ਪ੍ਰਦੇਸ਼ ਦੀ। ਕਿਉਂਕਿ ਦੇਖੋ ਮੈਂ ਤੁਹਾਨੂੰ ਦੱਸਦਾ, ਆਪਾਂ ਨੂੰ ਪਤਾ ਕਿ ਤੇਲੰਗਾਨਾ ਕੀ ਹੈ 2014 ਦੇ ਵਿੱਚ ਵੱਖ ਹੋਇਆ ਨਾ ਆਂਧਰਾ ਪ੍ਰਦੇਸ਼ ਤੋਂ, ਠੀਕ ਹੈ। ਤਾਂ ਜਿਹੜੀ ਉੱਥੋਂ ਦੀ ਹੈਦਰਾਬਾਦ ਹਾਈ ਕੋਰਟ ਸੀ ਉਹ ਤੇਲੰਗਾਨਾ ਨੂੰ ਮਿਲ ਗਈ ਤੇ ਜਿਹੜੀ ਆਂਧਰਾ ਪ੍ਰਦੇਸ਼ ਦੀ 2019 ਦੇ ਵਿੱਚ ਕੀ ਹੈ ਹਾਈ ਕੋਰਟ ਬਣ ਗਈ, ਠੀਕ ਹੈ ਜੀ। ਜਿਹੜੀ ਕੀ ਹੈ ਕਿੱਥੇ ਆ ਅਮਰਾਵਤੀ ਦੇ ਵਿੱਚ। ਜੇ ਇਹ ਪੁੱਛਿਆ ਜਾਵੇ ਕਿ ਲੇਟੈਸਟ ਕਿਹੜੀ ਹੈ ਤਾਂ ਆਂਧਰਾ ਪ੍ਰਦੇਸ਼ ਹਾਈ ਕੋਰਟ ਆ ਜਿਹੜੀ ਲੇਟੈਸਟ ਆ 2019 ਦੇ ਵਿੱਚ ਬਣੀ, ਠੀਕ ਹੈ ਜੀ। ਸੋ ਇਹਨਾਂ ਨੂੰ ਚੀਜ਼ ਨੂੰ ਯਾਦ ਰੱਖਣਾ। ਉਸ ਤੋਂ ਬਾਅਦ ਇੱਕ ਹੋਰ ਹੁੰਦਾ ਸੀ ਫੈਕਟ, ਵੈਸੇ ਤਾਂ ਹੁਣ ਜਦੋਂ ਜੰਮੂ ਕਸ਼ਮੀਰ ਦੀ ਪਹਿਲਾਂ ਆਪਣੀ ਹਾਈ ਕੋਰਟ ਹੈਗੀ ਸੀ ਤਾਂ ਉਹਨੂੰ ਯੂਨੀਅਨ ਟੈਰੇਟਰੀ ਬਣਾ ਦਿੱਤਾ ਹੈ ਨਾ, ਤਾਂ ਉੱਥੋਂ ਦੀ ਜਿਹੜੀ ਹਾਈ ਕੋਰਟ ਆ ਕਿ ਹੁਣ ਮਤਲਬ ਉਹ ਜੰਮੂ ਕਸ਼ਮੀਰ ਨੂੰ ਸਰਵ ਕਰਦੀ ਹੈ। ਪਰ ਜਦੋਂ ਜੰਮੂ ਕਸ਼ਮੀਰ ਸਟੇਟ ਸੀਗੀ ਤਾਂ ਉਦੋਂ ਕੀ ਦਿੱਲੀ ਸਿਰਫ ਇਕਲੌਤੀ ਅਜਿਹੀ ਕੇਂਦਰ ਸ਼ਾਸਿਤ ਪ੍ਰਦੇਸ਼ ਸੀ, ਮਤਲਬ ਦਿੱਲੀ ਇਕਲੌਤੀ ਅਜਿਹੀ ਯੂਨੀਅਨ ਟੈਰੇਟਰੀ ਸੀ ਜਿਹਦੀ ਕੀ ਆ ਆਪਣੀ ਕੀ ਆ ਹਾਈ ਕੋਰਟ ਸੀ। ਮਤਲਬ ਬਾਕੀ ਜਿਹੜੇ ਕੇਂਦਰ ਸ਼ਾਸਿਤ ਪ੍ਰਦੇਸ਼ ਉਹ ਕਿਸੇ ਨਾ ਕਿਸੇ ਦੇ ਨਾਲ ਲੱਗਦੇ ਸੀਗੇ, ਠੀਕ ਹੈ ਜੀ। ਮੰਨ ਲਓ ਕਿ ਮੈਂ ਤੁਹਾਨੂੰ ਦੱਸਾਂ ਕਲਕੱਤਾ ਹਾਈ ਕੋਰਟ, ਇੱਕ ਮਿੰਟ 1 ਸੈਕਿੰਡ, ਹਾਂ ਠੀਕ ਹੈ ਜੀ, ਹਾਂ ਜਿਵੇਂ ਦੇਖੋ ਜੀ ਆਪਣੀ ਜਿਹੜੀ ਕਲਕੱਤਾ ਹਾਈ ਕੋਰਟ ਆ, ਠੀਕ ਹੈ, ਉਹ ਵੈਸਟ ਬੰਗਾਲ ਦੇ ਵਿੱਚ ਹੈ। ਤੇ ਹੋਰ ਕਿਹਨੂੰ ਜਿਹੜੀ ਆਪਣੀ ਯੂਨੀਅਨ ਟੈਰੇਟਰੀ ਅੰਡੇਮਾਨ ਤੇ ਨਿਕੋਬਾਰ ਕੀ ਹੈ, ਜੇਕਰ ਇਹਨਾਂ ਦਾ ਕੋਈ ਕੇਸ ਹੈ ਤਾਂ ਉਹ ਕਲਕੱਤਾ ਹਾਈ ਕੋਰਟ ਦੇ ਵਿੱਚ ਹੀ ਕੀ ਹੈ ਸੁਣਿਆ ਜਾਵੇਗਾ, ਠੀਕ ਹੈ। ਕਿਉਂਕਿ ਅੰਡੇਮਾਨ ਨਿਕੋਬਾਰ ਕੀ ਹੈ ਯੂਨੀਅਨ ਟੈਰੇਟਰੀਜ਼ ਹੈ, ਭਾਵ ਕੀ ਹੈ ਕੇਂਦਰ ਸ਼ਾਸਿਤ ਪ੍ਰਦੇਸ਼ ਹੈ, ਠੀਕ ਹੈ। ਤਾਂ ਦਿੱਲੀ ਅਜਿਹੀ ਯੂਨੀਅਨ ਟੈਰੇਟਰੀ ਸੀ ਜਿਹਦੀ ਆਪਣੀ ਇਕਲੌਤੀ ਕੀ ਆ
ਹਾਈ ਕੋਰਟ ਹੈ, ਦਿੱਲੀ ਹਾਈ ਕੋਰਟ, ਠੀਕ ਹੈ ਜੀ। ਸੋ ਇਹ ਇੰਪੋਰਟੈਂਟ ਫੈਕਟ ਯਾਦ ਰੱਖਣੇ। ਸੋ ਚੈਪਟਰ ਨੂੰ ਪੂਰੇ ਤਰੀਕੇ ਨਾਲ ਸਮਝਿਆ ਕਰੋ, ਠੀਕ ਹੈ। ਬਾਕੀ ਜਿਹੜੇ ਕੁਐਸਚਨ ਹੈ ਉਹ ਅਟੈਂਪਟ ਕਰਿਆ ਕਰੋ। ਦੇਖੋ ਮੈਂ ਤੁਹਾਨੂੰ ਇੱਕ ਚੀਜ਼ ਹੋਰ ਦੱਸਣੀ ਸੀਗੀ, ਕੁਝ ਨਾ ਫੈਕਚੁਅਲ ਡਾਟਾ ਹੁੰਦਾ ਆ, ਉਹ ਤੁਹਾਨੂੰ ਕੱਲਾ ਨਾ ਕੁਐਸਚਨ ਦੀ ਫਾਰਮ 'ਚ ਹੀ ਮਿਲਦਾ। ਕਈ ਵਾਰ ਬੱਚੇ ਕਹਿੰਦੇ ਹੁੰਦੇ ਵੀ ਕਿ ਜਿਹੜਾ ਕਰਾਇਆ ਸੀਗਾ ਉਹ ਕੁਐਸਚਨ ਦੀ ਫਾਰਮ ਦੇ ਵਿੱਚ ਮਤਲਬ ਉਹ ਥੋੜਾ ਜਿਹਾ 1-2 ਕੁਐਸਚਨ ਬਾਹਰੋਂ ਆ ਗਏ। ਸੋ ਮੈਂ ਇਹ ਚੀਜ਼ ਸੁਜੈਸਟ ਕਰੂੰਗਾ, ਜੇਕਰ ਕੁਐਸਚਨ ਕੋਈ ਫੈਕਟ ਆ ਜਾਂਦਾ ਤਾਂ ਉਹਨੂੰ ਵੱਖਰਾ ਨੋਟ ਕਰਕੇ ਲਿਖ ਲਿਆ ਕਰੋ, ਕਿਉਂਕਿ ਉਹ ਫੈਕਟ ਹੁੰਦਾ ਆ, ਠੀਕ ਹੈ ਜੀ। ਕੋਈ ਤੁਹਾਨੂੰ ਮਿਲਦਾ ਆ ਫੈਕਟ, ਕੋਈ ਨਵਾਂ ਕੁਐਸਚਨ ਮਿਲਦਾ ਤਾਂ ਉਹਨੂੰ ਆਪਣੇ ਨੋਟਸ ਦੇ ਵਿੱਚ ਐਡ ਕਰ ਲਿਆ ਕਰੋ, ਕਿਉਂਕਿ ਉਹ ਵੀ ਕੁਐਸਚਨ ਬਣ ਸਕਦਾ ਹੈ, ਠੀਕ ਹੈ ਜੀ। ਇਹ ਚੀਜ਼ ਹੋ ਜਾਂਦੀ ਹੈ ਕਿ ਕਈ ਵਾਰੀ ਕੁਐਸਚਨ ਰਹਿ ਜਾਂਦਾ ਆ, ਪਰ ਆਲਮੋਸਟ ਕੀ ਹੈ ਤੁਹਾਡਾ 90-95% ਚੀਜ਼ਾਂ ਕਲਾਸ ਦੇ ਵਿੱਚ ਕਵਰ ਹੁੰਦੀਆਂ, ਤੇ ਕੁਝ ਜੇ ਫੈਕਚੁਅਲ ਕੁਝ ਕੁਐਸਚਨ ਨਵੇਂ ਵੀ ਆ ਜਾਂਦੇ ਆ ਤਾਂ ਉਹਨੂੰ ਕੀ ਹੈ ਤੁਸੀਂ ਆਪਣੇ ਨੋਟਸ ਦੇ ਵਿੱਚ ਐਡ ਆਨ ਕਰ ਲਿਆ ਕਰੋ ਵੀ ਅੱਛਾ ਜੇ ਇਦਾਂ ਕੁਐਸਚਨ ਬਣੇ ਮੇਰਾ ਤਾਂ ਮੈਂ ਇਹਨੂੰ ਕੀ ਹੈ ਯਾਦ ਰੱਖਣਾ ਹੈ, ਠੀਕ ਹੈ ਜੀ। ਤਾਂ ਇਸ ਤਰੀਕੇ ਨਾਲ ਆਪਾਂ ਨਾ ਕੀ ਦੇਖੋ ਆਲਮੋਸਟ ਸਾਰਾ ਕੁਝ ਕਵਰ ਹੋ ਹੀ ਗਿਆ ਆ, ਬਸ ਹੁਣ ਤਾਂ ਇੱਕ ਵਾਰ ਆਪਾਂ ਜਿਹਨੂੰ ਕਹਿੰਦੇ ਕਿ ਕੁਇਕ ਰਿਵੀਜ਼ਨ ਵਾਲੀਆਂ ਚੀਜ਼ਾਂ ਹੀ ਕਵਰ ਕਰਨੀਆਂ, ਠੀਕ ਹੈ। ਕਿਉਂਕਿ ਦੇਖੋ ਕਾਫੀ ਸਾਰੇ ਸ਼ਡਿਊਲ ਵੀ ਮੈਂ ਤੁਹਾਨੂੰ ਕਵਰ ਕਰਵਾ ਹੀ ਦਿੱਤੇ ਆ, ਠੀਕ ਹੈ। ਮਤਲਬ ਆਪਣਾ ਹੁਣ ਆਪਾਂ ਸ਼ਡਿਊਲ ਉਹ ਸਿਸਟਮ ਦੇ ਨਾਲ ਡਿਸਕਸ ਕਰ ਲੈਣੇ 12 ਦੇ 12 ਸ਼ਡਿਊਲ, ਕਿਉਂਕਿ ਉੱਥੋਂ ਕੁਐਸਚਨ ਬਣਨੇ ਹੀ ਬਣਨੇ ਆ, ਠੀਕ ਹੈ ਜੀ। ਆਪਾਂ ਇੱਕ ਕਲਾਸ ਲਵਾਂਗੇ ਜਿਹਦੇ 'ਚ ਮੈਂ ਸਾਰੇ ਆਰਟੀਕਲ ਹੀ ਡਿਸਕਸ ਕਰ ਦੇਣੇ, A to Z ਇੱਕ ਆਰਟੀਕਲ ਤੋਂ ਲੈ ਕੇ ਜਿੰਨੇ ਵੀ ਆਰਟੀਕਲ ਆਪਾਂ ਡਿਸਕਸ ਕੀਤੇ ਆ ਉਹ ਇੱਕੋ ਕਲਾਸ ਦੇ ਵਿੱਚ ਮੈਂ ਡਿਸਕਸ ਕਰੂੰਗਾ, ਤਾਂ ਜੋ ਤੁਹਾਡੀ ਇੱਕ ਰਿਵੀਜ਼ਨ ਹੋ ਜੇ ਤੇ ਲਾਸਟਲੇ ਦਿਨਾਂ ਦੇ ਵਿੱਚ ਤੁਹਾਨੂੰ ਜ਼ਿਆਦਾ ਵੀ ਪ੍ਰੋਬਲਮ ਨਾ ਆਵੇ ਵੀ ਹਾਂਜੀ ਹੁਣ ਸਾਰੀ ਆਪਾਂ ਥਿਊਰੀ ਕਿਵੇਂ ਰਿਵਾਈਜ਼ ਕਰੇ। ਬਾਕੀ ਜਿਹੜੇ ਦੇਖੋ MCQ ਜ਼ਰੂਰ ਪ੍ਰੈਕਟਿਸ ਕਰਦੇ ਲਓ, ਉਹ ਤੁਹਾਡੇ ਐਪਲੀਕੇਸ਼ਨ ਦੇ ਵਿੱਚ ਅਨਲਿਮਿਟਡ ਹੈ, ਠੀਕ ਹੈ। ਜਿੰਨੇ ਵਾਰੀ ਰਿਵੀਜ਼ਨ ਕਰੋ, ਫਿਰ ਟੈਸਟ ਲਓ, ਫਿਰ ਦਿਓ ਟੈਸਟ, ਕਿਉਂਕਿ ਇਸ ਚੀਜ਼ ਨੇ ਹੀ ਤੁਹਾਨੂੰ ਪਾਰ ਲਵਾਉਣਾ ਹੈ, ਠੀਕ ਹੈ ਜੀ। ਸੋ ਇਹ ਸਹੀ ਤਰੀਕਾ ਹੁੰਦਾ ਆ, ਠੀਕ ਹੈ। ਆਪਾਂ ਕੀ ਦੇਖੋ YouTube ਤੇ ਕੀ ਬੱਚੇ ਕਰਦੇ ਆ ਕਿ ਸਿੱਧਾ ਹੀ ਉਹ MCQ ਵਾਲੀਆਂ ਕਲਾਸਾਂ ਹੀ ਲਾਈ ਜਾਂਦੇ ਆ, ਤਾਂ ਉਹ ਕੋਈ ਫਾਇਦਾ ਨਹੀਂ ਹੈਗਾ। ਦੇਖੋ ਉਹ ਉਹਨਾਂ ਬੱਚਿਆਂ ਲਈ ਫਾਇਦਾ ਹੈ ਜਿਨ੍ਹਾਂ ਨੇ ਪਹਿਲਾਂ ਥਿਊਰੀ ਕੀਤੀ ਹੋਈ ਆ, ਜਿਨ੍ਹਾਂ ਨੂੰ ਸਾਰੇ ਕਨਸੈਪਟ ਕਲੀਅਰ ਹੈ, ਤੇ ਹਾਂ ਫਿਰ ਕੀ ਹੈ ਉਹ ਆਪਣਾ ਚਲੋ ਉੱਥੇ ਟੈਸਟ ਦੇ ਰਹੇ ਆ, ਠੀਕ ਹੈ। ਆਨਲਾਈਨ ਟੈਸਟ ਮਤਲਬ ਟੀਚਰਾਂ ਦੇ ਨਾਲ ਦੇ ਰਹੇ ਉਹ ਤਾਂ ਵਾ, ਠੀਕ ਹੈ ਜੀ। ਪਰ ਵੈਸੇ ਸਹੀ ਅਪਰੋਚ ਤਾਂ ਇਹੀ ਹੁੰਦੀ ਹੈ ਕਿ ਪਹਿਲਾਂ ਥਿਊਰੀ ਕਵਰ ਕਰੋ, ਸਾਰੇ ਚੈਪਟਰ ਨੂੰ ਸਮਝੋ, ਉਸ ਤੋਂ ਬਾਅਦ ਕਿ ਉਹਨੂੰ ਰਿਵਾਈਜ਼ ਕਰੋ ਤੇ ਫਿਰ ਉਹਦੇ ਕੀ ਟੈਸਟ ਨੂੰ ਕੀ ਆ ਅਟੈਂਪਟ ਕਰੋ। ਸੋ ਸਹੀ ਤਰੀਕਾ ਇਹ ਹੁੰਦਾ ਹੈ, ਠੀਕ ਹੈ ਜੀ। ਤੋ ਇਸ ਤਰੀਕੇ ਦੇ ਨਾਲ ਕੀ ਆਪਾਂ ਤਿਆਰੀ ਕਰਨੀ ਹੈ ਤੇ ਹੌਲੀ ਹੌਲੀ ਬਸ ਆਪਣਾ ਪੋਲਿਟੀ A to Z ਕੰਪਲੀਟ ਹੋ ਗਈ ਹੈ ਇੱਕ ਹਿਸਾਬ ਦੀ, ਠੀਕ ਹੈ ਜੀ। ਥੋੜ੍ਹੀਆਂ ਕਲਾਸਾਂ ਰਹਿ ਗਈਆਂ ਤੇ ਮੈਥ ਦੀਆਂ ਕਲਾਸਾਂ ਚੱਲ ਹੀ ਰਹੀਆਂ, ਠੀਕ ਹੈ। ਉਹਨੂੰ ਬੜੇ ਅੱਛੇ ਤਰੀਕੇ ਨਾਲ ਆਪਾਂ ਕਵਰ ਕਰ ਲਾਂਗੇ। ਬਾਕੀ ਹੁਣ ਰਿਵੀਜ਼ਨ ਸ਼ੁਰੂ ਕਰ ਦਿਓ ਆਪਣੀਆਂ ਪਿਛਲੀਆਂ ਜਿਹੜੀਆਂ ਪੋਲਿਟੀ ਦੀਆਂ ਪਿਛਲੀਆਂ ਕਲਾਸਾਂ ਨੂੰ ਆਪਣਾ ਰਿਵਾਈਜ਼ ਕਰ ਲਓ, ਠੀਕ ਹੈ ਜੀ, ਆਪਣੇ ਨੋਟਸ ਤੋਂ, ਠੀਕ ਹੈ ਜੀ। ਤੇ ਰੀਜ਼ਨਿੰਗ ਨੂੰ ਦੁਬਾਰਾ ਰਿਵਾਈਜ਼ ਕਰਨਾ ਸ਼ੁਰੂ ਕਰ ਦਿਓ, ਕਿਉਂਕਿ ਹੁਣ ਤਾਂ ਦੇਖੋ ਕੁਝ ਵੀ ਨਹੀਂ ਰਹਿ ਗਿਆ ਆਪਣਾ, ਠੀਕ ਹੈ ਜੀ। ਟਾਈਮ ਬਹੁਤ ਘੱਟ ਰਹਿ ਗਿਆ ਆ, ਹੁਣ ਰਿਵੀਜ਼ਨ ਜਿੰਨੀ ਕਰ ਸਕਦੇ ਉਨੀ ਰਿਵੀਜ਼ਨ ਨੂੰ ਕਰਦੇ ਜਾਓ, ਠੀਕ ਹੈ ਜੀ। ਜਿਹੜੀਆਂ ਰਹਿ ਗਈਆਂ ਚੀਜ਼ਾਂ ਆਪਾਂ ਬਸ ਬੜੇ ਆਰਾਮ ਨਾਲ ਕਵਰ ਕਰ ਲਾਂਗੇ। ਬਾਕੀ ਹੁਣ ਜ਼ਿਆਦਾ ਸਮਾਂ ਤੁਸੀਂ ਰਿਵੀਜ਼ਨ ਨੂੰ ਦਿਓ, ਠੀਕ ਹੈ ਜੀ। ਰਿਵੀਜ਼ਨ ਕਰਨੀ ਸ਼ੁਰੂ ਕਰ ਦਿਓ, ਆਪਣੇ ਸਾਰੇ ਟੌਪਿਕ ਹੈ ਸਟੇਟਮੈਂਟ ਕਨਕਲੂਜਨ ਵਗੈਰਾ, ਬਲੱਡ ਰਿਲੇਸ਼ਨ, ਠੀਕ ਹੈ ਜੀ। ਇਹਨਾਂ ਦੇ ਸਵਾਲ ਸੂਲ ਆਪਣੇ ਕੱਢ ਕੇ ਦੇਖਦੇ ਰਹੋ, ਪਾਸਟ ਈਅਰ ਕੁਐਸਚਨ ਨੂੰ ਥੋੜਾ ਜਿਹਾ ਨਿਗਾਹ ਮਾਰਦੇ ਰਹੋ, ਠੀਕ ਹੈ ਜੀ। ਤਾਂ ਆਪਣੇ ਤਰੀਕੇ ਨਾਲ ਤਿਆਰੀ ਕੀ ਹੈ ਬਹੁਤ ਵਧੀਆ ਕੀ ਹੈ ਹੋ ਜਾਏਗੀ, ਠੀਕ ਹੈ। ਸੋ ਇੱਕ ਕਲਾਸ ਰਹਿ ਗਈ ਆਪਣੀ ਨਿਆਂਪਾਲਿਕਾ ਦੀ, ਜਿਹਦੇ 'ਚ ਆਪਾਂ ਡਿਸਟ੍ਰਿਕਟ ਕੋਰਟਸ ਦੇ ਬਾਰੇ ਡਿਸਕਸ ਕਰ ਲਾਂਗੇ, ਠੀਕ ਹੈ ਜੀ। ਤੇ ਉਸ ਤੋਂ ਬਾਅਦ ਆਪਣੀ ਸ਼ਡਿਊਲ ਵਾਲੀ ਮੈਂ ਕਲਾਸ ਲਾਉਂਗਾ ਤੇ ਬੋਰਿੰਗ ਫੀਚਰ ਵਾਲੀ, ਤੇ ਮਤਲਬ ਸਿਲੇਬਸ ਕਵਰ ਹੋ ਜਾਊਗਾ। ਤੇ ਇਨ ਕੇਸ ਕੋਈ ਆਪਾਂ ਨੂੰ ਆਪਣਾ ਮੈਨੂੰ ਲੱਗਦਾ ਹੈ ਕਿ ਕੁਝ ਟੌਪਿਕ ਮੈਂ ਐਕਸਟਰਾ ਕਵਰ ਕਰ ਦੇਵਾਂ ਤੇ ਉਹ ਮੈਂ ਇੱਕ ਅੱਧੀ ਕਲਾਸ ਦੇ ਵਿੱਚ ਮਰਜ ਕਰਕੇ ਕਾਫੀ ਟੌਪਿਕ ਤੇ ਆਪਾਂ ਕਵਰ ਕਰ ਲਾਂਗੇ। ਤੇ ਤੁਸੀਂ ਬਾਕੀ ਬੇਚਿੰਤ ਹੋ ਜਾਓ, ਆਪਣੀ ਰਿਵੀਜ਼ਨ ਨੂੰ ਹੁਣ ਚਾਲੂ ਕਰ ਲਓ, ਠੀਕ ਹੈ ਜੀ। ਸੋ ਥੈਂਕ ਯੂ ਸੋ ਮਚ, ਠੀਕ ਹੈ। ਬਾਕੀ ਕਲਾਸ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ, ਬਾਕੀ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਕਲਾਸ ਤੁਹਾਨੂੰ ਕਿੱਦਾਂ ਦੀ ਲੱਗੀ, ਠੀਕ ਹੈ ਜੀ। ਥੈਂਕ ਯੂ ਸੋ ਮਚ।